सत श्री अकाल जी। द खालस टीवी देखने वाले साढ़े सारे दर्शकों का बहुत बहुत स्वागत है। पंजाब ਦੀਆਂ खास खबरों के खास बुलेटिन ਦੇ ਨਾਲ मैं हरशरण कौर। ਅੱਜ 30 अगस्त है, दिन सोमवार है। ਅੱਜ ਦੇ ਦਿਨ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਸਭ ਤੋਂ ਪਹਿਲਾਂ ਮੌਸਮ ਦਾ ਜੇ ਹਾਲ ਦਸੀਏ ਤਾਂ ਮੌਸਮ ਵਿਭਾਗ ਦੇ ਮੁਤਾਬਿਕ ਪੰਜਾਬ ਦੇ ਕਈ ਥਾਵਾਂ ਤੇ ਅੱਜ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਮਾਲਵੇ, ਮਾਝੇ ਤੇ ਦੁਆਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੌਸਮ ਹੈ ਜਿਹੜਾ ਉਹ ਠੰਡਾ ਬਣਿਆ ਹੋਇਆ। ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਵੀ ਅਤੇ ਜ਼ੀਰਕਪੁਰ ਜਾਂ ਫਿਰ ਹਾਲੀ ਜਿਹੜੇ ਚੰਡੀਗੜ੍ਹ ਦੇ ਨਾਲ ਲੱਗਦੇ ਸ਼ਹਿਰ ਨੇ ਉਹਨਾਂ ਦੇ ਵਿੱਚ ਵੀ ਹਲਕੇ ਮੀਂਹ ਦੀ ਸੰਭਾਵਨਾ ਹੈ। ਪਰ ਸੰਭਾਵਨਾਵਾਂ ਉਹੀ ਤੁਹਾਨੂੰ ਅਸੀਂ ਹਰ ਵਾਰ ਜਿਵੇਂ ਕਹਿੰਦੇ ਹਾਂ ਕਿ ਜਿਹੜੀ ਸੰਭਾਵਨਾ ਹੁੰਦੀ ਹੈ ਉਹ ਹਮੇਸ਼ਾ ਸੱਚ ਸਾਬਿਤ ਨਹੀਂ ਹੁੰਦੀ ਹੈ। ਸੋ ਕਈ ਵਾਰੀ ਹੁੰਦਾ ਕਿ 70% ਦੀ ਤਾਂ ਮਤਲਬ ਸਹੀ ਹੁੰਦੀਆਂ ਨੇ ਸੰਭਾਵਨਾਵਾਂ ਮੌਸਮ ਵਿਭਾਗ ਦੀਆਂ। ਦੂਸਰੀ ਜੇ ਵੱਡੀ ਗੱਲ ਕਰ ਲਈਏ ਤਾਂ ਹਰਿਆਣਾ ਦੇ ਵਿੱਚ ਜੋ ਪੁਲਿਸੀਆ ਲਾਠੀਚਾਰਜ ਹੋਇਆ ਕਿਸਾਨਾਂ ਤੇ ਉਹਨਾਂ ਦੇ ਵਿੱਚੋਂ ਇੱਕ ਜ਼ਖਮੀ ਕਿਸਾਨ ਦੀ ਮੌਤ ਹੋ ਗਈ ਹੈ। ਕਿਸਾਨਾਂ ਨੇ ਸ਼ਹੀਦ ਕਰਾਰ ਦੇ ਦਿੱਤਾ। ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਅੱਜ ਜਿਹੜੀ ਉਹਨਾਂ ਦੀ ਮੀਟਿੰਗ ਹੋਣੀ ਹੈ ਕਿਸਾਨ ਜਥੇਬੰਦੀਆਂ ਦੀ, ਉਸ ਮੀਟਿੰਗ ਤੋਂ ਪਹਿਲਾਂ ਇਹ ਜਿਹੜੀ ਕਾਰਵਾਈ ਕਰਨ ਦੀ ਜਿਹੜੀ ਚੇਤਾਵਨੀ ਦਿੱਤੀ ਸੀ ਕਿ ਜੇ ਉਦੋਂ ਤੱਕ ਜਿਹੜਾ ਲਾਠੀਚਾਰਜ ਦਾ ਹੁਕਮ ਦੇਣ ਵਾਲਾ ਡੀਐਮ ਅਤੇ ਦੂਸਰੇ ਜਿਹੜੇ ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀ ਉਹਨਾਂ ਦੇ ਖਿਲਾਫ ਪਰਚਾ ਦਰਜ ਨਾ ਕੀਤਾ ਜਾਂ ਉਹਨਾਂ ਨੂੰ ਬਰਖਾਸਤ ਨਾ ਕੀਤਾ ਤਾਂ ਅੱਜ ਦੀ ਮੀਟਿੰਗ ਦੇ ਵਿੱਚ ਸਖਤ ਫੈਸਲੇ ਨੇ ਜਿਹੜੇ ਉਹ ਲਏ ਜਾ ਸਕਦੇ ਨੇ। ਕੱਲ੍ਹ ਪੂਰੇ ਪੰਜਾਬ ਦੇ ਵਿੱਚ ਲਾਠੀਚਾਰਜ ਦੇ ਰੋਸ ਦੇ ਵਿੱਚ 2 ਘੰਟਿਆਂ ਦੇ ਲਈ ਥਾਂ ਥਾਂ 'ਤੇ ਚੱਕਾ ਜਾਮ ਕੀਤਾ ਗਿਆ। ਸੋ ਅੱਜ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਹੋਣ ਵਾਲੀ ਬੈਠਕ ਹੈ ਇਹਦੇ ਵਿੱਚ ਅਗਲਾ ਪ੍ਰੋਗਰਾਮ ਹੈ ਜਿਹੜਾ ਉਹ ਐਲਾਨਿਆ ਜਾਵੇਗਾ। ਕਿਸਾਨ ਕਾਫੀ ਭਖੇ ਹੋਏ ਨੇ। ਲਾਠੀਚਾਰਜ ਦਾ ਹੁਕਮ ਦੇਣ ਵਾਲੇ ਅਧਿਕਾਰੀ ਦੇ ਖਿਲਾਫ ਕਾਰਵਾਈ ਦੀ ਲਗਾਤਾਰ ਮੰਗ ਹੈ ਜਿਹੜੀ ਉਹ ਹੋ ਰਹੀ ਹੈ ਤੇ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੇ ਜਿਹੜੇ ਸਿਆਸੀ ਲੀਡਰ ਹੈਗੇ ਨੇ ਉਹ ਵੀ ਇਸ ਲਾਠੀਚਾਰਜ ਦੀ ਨਿਖੇਧੀ ਕਰ ਰਹੇ ਨੇ। ਕੌਮਾਂਤਰੀ ਉਡਾਣਾਂ ਤੇ 30 ਸਤੰਬਰ ਤੱਕ ਰੋਕ ਹੋਰ ਵਧਾ ਦਿੱਤੀ ਗਈ ਹੈ। ਟੋਕੀਓ ਪੈਰਾਲੰਪਿਕਸ ਦੇ ਵਿੱਚ ਭਾਰਤ ਨੂੰ 2 ਚਾਂਦੀ ਦੇ ਤਗਮੇ ਮਿਲੇ ਨੇ। ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਮਹਿਲਾ ਵਰਕਰਾਂ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਬੀਜੇਪੀ ਦਾ ਸੂਬਾਈ ਦਫ਼ਤਰ ਘੇਰਨ ਦੇ ਲਈ ਇਹ ਮਹਿਲਾ ਵਰਕਰਾਂ ਪਹੁੰਚੀਆਂ ਸੀ। ਪਿਛਲੇ ਦਿਨੀ ਜੋ ਕਿਸਾਨ ਦੀ ਧੀ ਦੇ ਨਾਲ ਬਦਸਲੂਕੀ ਕੀਤੀ ਸੀ ਬੀਜੇਪੀ ਦੇ ਵਰਕਰਾਂ ਨੇ, ਉਸ ਦੇ ਖਿਲਾਫ ਲਗਾਤਾਰ ਮੁਜ਼ਾਹਰੇ ਨੇ ਜਿਹੜੇ ਉਹ ਹੋ ਰਹੇ ਨੇ। ਚੰਡੀਗੜ੍ਹ ਦੇ ਵਿੱਚ ਵੀ ਥਾਂ ਥਾਂ ਤੇ ਚੱਕਾ ਜਾਮ ਕੀਤਾ ਗਿਆ ਕਿਸਾਨਾਂ ਤੇ ਹੋਈ ਲਾਠੀਚਾਰਜ ਦੇ ਵਿਰੋਧ ਦੇ ਵਿੱਚ। ਅਫਗਾਨਿਸਤਾਨ ਦੀ ਗੱਲ ਕਰ ਲਈਏ ਤਾਂ ਅਮਰੀਕਾ ਦੇ ਵੱਲੋਂ ਫਿਦਾਇਨ ਦੇ ਵਾਹਨ ਉੱਤੇ ਹਵਾਈ ਹਮਲਾ ਕੀਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕੱਲ੍ਹ ਯਾਨੀ ਕਿ ਐਤਵਾਰ ਨੂੰ ਇੱਕ ਹੋਰ ਹਮਲੇ ਦੀ ਚੇਤਾਵਨੀ ਦਿੱਤੀ ਸੀ। ਉਸੇ ਦਰਮਿਆਨ ਹੀ ਅਮਰੀਕਾ ਨੇ ਫਿਰ ਇਸਲਾਮਿਕ ਸਟੇਟ ਖੁਰਾਸਾਨ ਦੇ ਦਹਿਸ਼ਤਗਰਦਾਂ ਨੂੰ ਨਿਸ਼ਾਨਾ ਬਣਾਇਆ ਤੇ ਅਮਰੀਕਾ ਦੇ ਮੁਤਾਬਿਕ ਫਿਦਾਇਨ ਨੇ ਜਿਹੜੇ ਕਾਬੁਲ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਉਣ ਲਈ ਜਾ ਰਹੇ ਸੀ। ਜੋ ਬਾਈਡਨ ਨੇ 36 ਘੰਟਿਆਂ ਦੇ ਵਿੱਚ ਹਮਲਾ ਕੀਤੇ ਜਾਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਸੀ। ਪੰਜਾਬ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਹਾਈ ਕਮਾਨ ਯਾਨੀ ਕਿ ਅਕਾਲੀ ਦਲ ਨੂੰ ਅੱਖਾਂ ਦਿਖਾਉਣ ਲੱਗੇ ਨੇ। ਰਾਮਪੁਰਾ ਫੂਲ ਤੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਸੀ ਪਰ ਉਹਨਾਂ ਨੇ ਇਹ ਪੇਸ਼ਕਸ਼ ਰੱਦ ਕਰ ਦਿੱਤੀ ਅਤੇ ਆਪਣੇ ਪੁੱਤਰ ਗੁਰਪ੍ਰੀਤ ਮਲੂਕਾ ਨੂੰ ਚੋਣ ਲੜਾਉਣ ਦਾ ਐਲਾਨ ਕਰ ਦਿੱਤਾ। ਕਿਹਾ ਕਿ ਜੇ ਮੈਨੂੰ ਕਿਤੋਂ ਹੋਰ ਸੀਟ ਦੇ ਦੇਣੀ ਹੈ ਤਾਂ ਦੇ ਦਿਓ। ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਕਾਫਲੇ ਦਾ ਕੱਲ੍ਹ ਮੁੜ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਕੱਲ੍ਹ ਵਾਲਾ ਵਿਰੋਧ ਹੈ ਜਿਹੜਾ ਮਾਨਸਰ ਟੋਲ ਪਲਾਜ਼ਾ ਤੇ ਹੋਇਆ ਜਿੱਥੇ ਕਿਸਾਨਾਂ ਨੇ ਕਾਫਲੇ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਕਿਸਾਨਾਂ ਦੇ ਹੱਕ ਵਿੱਚ ਤੇ ਲਾਠੀਚਾਰਜ ਦੇ ਵਿਰੋਧ ਵਿੱਚ ਕੱਲ੍ਹ ਹਰਿਆਣਾ ਦੇ ਵਿੱਚ ਜੀਜੇਪੀ ਲੀਡਰ ਸੰਤੋਸ਼ ਦਈਆ ਦੇ ਵੱਲੋਂ ਅਸਤੀਫਾ ਦਿੱਤਾ ਗਿਆ। ਜਜਪਾ ਦੀ ਕੌਮੀ ਕਾਰਜਕਾਰਨੀ ਮੈਂਬਰ ਸਨ ਡਾਕਟਰ ਸੰਤੋਸ਼ ਦਈਆ, ਪਰ ਕਿਸਾਨਾਂ ਤੇ ਅਜਿਹਾ ਵਿਵਹਾਰ ਉਹਨਾਂ ਨੂੰ ਰਾਸ ਨਹੀਂ ਆਇਆ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਸਿੱਖਿਆ ਭਵਨ ਦੇ ਬਾਹਰ ਜਿਹੜੇ ਬੇਰੁਜ਼ਗਾਰ ਤੇ ਕੱਚੇ ਅਧਿਆਪਕ ਨੇ ਧਰਨਾ ਲਾ ਕੇ ਬੈਠੇ ਹੋਏ ਨੇ, ਉਹਨਾਂ ਨੇ ਕੱਲ੍ਹ ਕਿਸਾਨਾਂ ਦੇ ਹੱਕ ਦੇ ਵਿੱਚ ਰੋਸ ਮੁਜ਼ਾਹਰਾ ਕੀਤਾ। ਕਿਸਾਨਾਂ ਤੇ ਤਸ਼ੱਦਦ ਢਾਉਣ ਵਾਲੇ ਅਫਸਰਾਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਬਠਿੰਡਾ ਦੇ ਭੁੱਚੋ ਮੰਡੀ ਦੇ ਬੈਸਟ ਪ੍ਰਾਈਜ਼ ਦੇ ਮੁਲਾਜ਼ਮਾਂ ਨੇ ਜੋਗਿੰਦਰ ਸਿੰਘ ਉਗਰਾਹਾਂ ਤੋਂ ਮਦਦ ਮੰਗੀ ਹੈ। ਮੁਲਾਜ਼ਮਾਂ ਨੇ ਦੱਸਿਆ ਕਿ ਕੰਪਨੀ ਦੇ ਪ੍ਰਬੰਧਕਾਂ ਨੇ ਧੱਕੇ ਨਾਲ ਸਾਡੇ ਅਸਤੀਫੇ ਲੈ ਲਏ ਨੇ। ਜੋਗਿੰਦਰ ਸਿੰਘ ਉਗਰਾਹਾਂ ਨੇ ਇਹਨਾਂ ਮੁਲਾਜ਼ਮਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਜਲਾਲਾਬਾਦ ਦੇ ਪਿੰਡ ਘਾਂਗਾ ਖੁਰਦ ਦੇ ਦਲਿਤ ਪਰਿਵਾਰ ਤੇ ਹੋਏ ਤਸ਼ੱਦਦ ਮਾਮਲੇ ਵਿੱਚ ਮੁੱਖ ਸਕੱਤਰ ਤੇ ਡੀਜੀਪੀ ਨੂੰ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਨੋਟਿਸ ਭੇਜਿਆ ਹੈ। ਦਰਅਸਲ ਪਿੰਡ ਘਾਂਗ ਖੁਰਦ ਦੇ ਇੱਕ ਦਲਿਤ ਪਰਿਵਾਰ ਦੇ 3 ਮੈਂਬਰਾਂ ਮਾਤਾ ਪਿਤਾ ਤੇ ਨਾਬਾਲਿਗ ਧੀ ਨੂੰ ਰੁੱਖ ਨਾਲ ਬੰਨ੍ਹ ਕੇ ਕੁੱਟਣ ਅਤੇ ਮਾਂ ਬੇਟੀ ਦੇ ਕੱਪੜੇ ਪਾੜ ਕੇ ਅਸ਼ਲੀਲ ਹਰਕਤਾਂ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਸੀ ਤੇ ਇਸ ਮਾਮਲੇ ਨੂੰ ਵਿਜੇ ਸਾਂਪਲਾ ਨੇ ਗੰਭੀਰਤਾ ਨਾਲ ਲਿਆ ਹੈ। ਸਾਕਾ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਪਰਿਵਾਰ ਨੇ ਜਿਹੜੇ ਉਹ ਕੈਪਟਨ ਸਰਕਾਰ ਤੇ ਮੋਦੀ ਸਰਕਾਰ ਤੋਂ ਖਫਾ ਨੇ। ਕੇਂਦਰ ਸਰਕਾਰ ਵੱਲੋਂ ਸਨਮਾਨ ਨਾ ਕੀਤੇ ਜਾਣ ਕਾਰਨ ਇਹ ਰੋਸ ਦੇ ਵਿੱਚ ਨੇ। ਦੋਵੇਂ ਸਰਕਾਰਾਂ ਤੋਂ ਨਿਰਾਸ਼ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਪਰਿਵਾਰਾਂ ਨੇ ਭਵਿੱਖ ਵਿੱਚ ਸਰਕਾਰੀ ਸਮਾਗਮਾਂ ਵਿੱਚ ਸ਼ਾਮਿਲ ਨਾ ਹੋਣ ਦਾ ਫੈਸਲਾ ਲਿਆ। ਇਹ ਪਰਿਵਾਰ ਤਾਮਰ ਪੱਤਰ ਤੇ ਸ਼ਹੀਦ ਪਰਿਵਾਰਾਂ ਦੀਆਂ
सहूलतां दी मंग कर रहे ने। पंजाब दी सियासत दा भुचाल हाले थम नहीं रहा। कुछ अहम खबरां तुहानूं बुलेटिन दे विच भी दस्सांगे ते एक खबर विधायक परगट सिंह दे नाल जुड़ी हुई है। विधायक परगट सिंह ने मामलिਆਂ ਦੇ कांग्रेस मामलिਆਂ ਦੇ पंजाब इंचार्ज हरीश रावत ਦੇ ਬਿਆਨ ਨੂੰ ਚੁਣੌਤੀ ਦਿੱਤੀ ਹੈ। परगट सिंह ने कहा कि हरीश रावत ਦੱਸਣ कैप्टन ਦੀ ਅਗਵਾਈ 'ਚ ਚੋਣਾਂ ਲੜਨ ਦਾ ਫੈਸਲਾ ਕਦੋਂ ਹੋਇਆ, ਯਾਨੀ ਕਿ ਅੰਦਰਲਾ ਕਲੇਸ਼ ਹਾਲੇ ਥਮ ਨਹੀਂ ਰਿਹਾ। ਰਾਵਤ ਦੇ ਬਿਆਨ ਦਾ ਪੰਜਾਬੀਆਂ ਤੇ ਮਾੜਾ ਅਸਰ ਪੈਣ ਦਾ ਦਾਅਵਾ ਕੀਤਾ ਹੈ परगट सिंह ने। परगट सिंह ने कैप्टन ਤੇ ਲੋਕਾਂ ਨਾਲ ਵਾਅਦਾ ਖਿਲਾਫੀ ਦੇ ਦੋਸ਼ ਲਾਏ ਨੇ। ਇਸ ਦਰਮਿਆਨ ਬੀਬੀ ਰਜਿੰਦਰ ਕੌਰ ਭੱਠਲ कैप्टन ਤੇ ਸਿੱਧੂ ਵਿਚਾਲੇ ਲੜਾਈ ਖਤਮ ਕਰਵਾਉਣ ਦੇ ਲਈ ਮੈਦਾਨ 'ਚ ਕੁੱਦ ਪਈ ਹੈ। ਸੁਖਬੀਰ ਬਾਦਲ ਲਗਾਤਾਰ ਰੈਲੀਆਂ ਕਰ ਰਹੇ ਨੇ ਅਤੇ ਪੂਰੇ ਪੰਜਾਬ ਦੀ ਯਾਤਰਾ ਕਰ ਰਹੇ ਨੇ ਤੇ ਸੁਖਬੀਰ ਬਾਦਲ ਨੇ ਫਗਵਾੜਾ ਤੋਂ ਜਸਬੀਰ ਸਿੰਘ ਗੜੀ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਪਟਿਆਲਾ ਦੇ ਵਿੱਚ ਕੱਲ ਸਿੱਖਿਆ ਪ੍ਰੋਵਾਈਡਰਾਂ ਨੇ ਨਵਜੋਤ ਸਿੰਘ ਸਿੱਧੂ ਦੀ ਕੋਠੀ ਦੇ ਬਾਹਰ ਧਰਨਾ ਦਿੱਤਾ। ਯਾਦਵਿੰਦਰਾ ਕਲੋਨੀ ਦੇ ਵਿੱਚ ਸਿੱਧੂ ਦੀ ਰਿਹਾਇਸ਼ ਮੂਹਰੇ ਧਰਨਾ ਲਾਉਣ ਦਾ ਪ੍ਰੋਗਰਾਮ ਸਿੱਖਿਆ ਪ੍ਰੋਵਾਈਡਰਾਂ ਨੇ ਗੁਪਤ ਰੂਪ 'ਚ ਹੀ ਉਲੀਕਿਆ ਸੀ। ਧਰਨਾ ਸ਼ੁਰੂ ਹੋ ਜਾਣ ਤੇ ਹੀ ਸਥਾਨਕ ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਲੱਗਿਆ ਤੇ ਸਿੱਖਿਆ ਮੰਤਰੀ ਨਾਲ 3 ਸਤੰਬਰ ਨੂੰ ਮੀਟਿੰਗ ਤੈਅ ਹੋਣ ਤੋਂ ਬਾਅਦ ਇਹਨਾਂ ਨੇ ਧਰਨਾ ਚੁੱਕ ਲਿਆ। ਪੰਜਾਬ ਦੀਆਂ ਖਾਸ ਖਬਰਾਂ ਦੀ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਦੇ ਵਿੱਚ ਸ਼ਨੀਵਾਰ ਨੂੰ ਹਰਿਆਣਾ ਦੇ ਕਰਨਾਲ ਦੇ ਵਿੱਚ ਜੋ ਕਿਸਾਨਾਂ ਦੇ ਉੱਤੇ ਪੁਲਿਸੀਆ ਤਸ਼ੱਦਦ ਹੋਇਆ ਹੈ ਉਸ ਦੇ ਵਿਰੋਧ ਦੇ ਵਿੱਚ ਰੋਸ ਮੁਜ਼ਾਹਰੇ ਹੋਏ ਨੇ। ਉਹਨਾਂ ਦੀ ਸਾਰੀ ਡਿਟੇਲ ਦੇ ਵਿੱਚ ਖਬਰ ਤੁਹਾਨੂੰ ਦੱਸਾਂਗੇ। ਉਸ ਤੋਂ ਪਹਿਲਾਂ ਇੱਕ ਹੋਰ ਜ਼ਰੂਰੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਕਿ DGCA ਯਾਨੀ ਕਿ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਕੌਮਾਂਤਰੀ ਉਡਾਣਾਂ ਦੇ ਉੱਤੇ ਰੋਕ 30 ਸਤੰਬਰ ਤੱਕ ਵਧਾ ਦਿੱਤੀ ਹੈ। ਕਰੋਨਾ ਵਾਇਰਸ ਕਰਕੇ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਜਿਹੜੀਆਂ ਹੁਣ 30 ਸਤੰਬਰ ਤੱਕ ਨਹੀਂ ਉੱਡ ਸਕਣਗੀਆਂ। ਲਗਾਤਾਰ ਉਡਾਣਾਂ ਦੇ ਉੱਤੇ ਰੋਕ ਹੈ ਜਿਹੜੀ ਉਹ ਵਧਾਈ ਜਾ ਰਹੀ ਹੈ ਤੇ ਹੁਣ ਤੱਕ ਕਰੋਨਾ ਦੇ ਮਾਮਲਿਆਂ ਦੇ ਵਿੱਚ ਵਾਧਾ ਜਿਹੜਾ ਉਹ ਵੀ ਸਾਹਮਣੇ ਆਉਣ ਲੱਗਿਆ ਹੈ। ਰੋਜ਼ਾਨਾ ਕਰੋਨਾ ਦੇ ਕੇਸਾਂ ਦੇ ਵਿੱਚ ਵਾਧਾ ਦਰਜ ਕੀਤੇ ਜਾਣ ਦੀਆਂ ਖਬਰਾਂ ਮਿਲ ਰਹੀਆਂ ਨੇ ਤੇ ਲੱਗਦਾ ਹੈ ਕਿ ਹੌਲੀ-ਹੌਲੀ ਰੋਕਾਂ ਵੀ ਸ਼ੁਰੂ ਹੋ ਜਾਣਗੀਆਂ। ਹਾਲਾਂਕਿ DGCA ਨੇ ਕਿਹਾ ਕਿ ਜਿਹੜੀਆਂ ਸਪੈਸ਼ਲ ਫਲਾਈਟਾਂ ਨੇ ਉਹ ਚੱਲਦੀਆਂ ਰਹਿਣਗੀਆਂ। ਤੇ ਕਿਸਾਨਾਂ ਦੀ ਖਬਰ ਦੱਸਣ ਤੋਂ ਪਹਿਲਾਂ ਇੱਕ ਹੋਰ ਜ਼ਰੂਰੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ। ਟੋਕੀਓ ਪੈਰਾਲੰਪਿਕਸ ਤੋਂ ਆ ਰਹੀ ਹੈ ਜਿੱਥੇ ਭਾਵਨਾ ਬੇਨ ਤੋਂ ਬਾਅਦ ਭਾਰਤ ਦੇ ਨਿਸ਼ਾਦ ਨੇ ਵੀ ਪੁਰਸ਼ਾਂ ਦੀ ਉੱਚੀ ਛਾਲ ਦੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਕਰਨਾਲ ਦੇ ਵਿੱਚ ਪੁਲਿਸ ਲਾਠੀ ਚਾਰਜ ਦੇ ਕਾਰਨ ਜ਼ਖਮੀ ਹੋਇਆ ਕਿਸਾਨ ਸ਼ਹੀਦ ਹੋ ਗਿਆ। ਕਿਸਾਨਾਂ ਨੇ ਬੜੀ ਹੀ ਨਮੋਸ਼ੀ ਦੇ ਨਾਲ ਇਹ ਖਬਰ ਦਿੱਤੀ ਹੈ ਕਿ ਸ਼ਨੀਵਾਰ ਨੂੰ ਪੁਲਿਸ ਦੇ ਹਮਲੇ ਵਿੱਚ ਅਸੀਂ ਇੱਕ ਆਪਣਾ ਹੀਰਾ ਕਿਸਾਨ ਗਵਾ ਲਿਆ। 1.5 ਏਕੜ ਦਾ ਮਾਲਕ ਸੁਸ਼ੀਲ ਕਾਜਲਾ ਸੰਘਰਸ਼ ਕਰਕੇ ਸ਼ਹੀਦ ਹੋ ਗਿਆ। ਪਿਛਲੇ 9 ਮਹੀਨਿਆਂ ਤੋਂ ਸੰਘਰਸ਼ ਕਰ ਰਿਹਾ ਸਾਡਾ ਵੀਰ ਸ਼ਨੀਵਾਰ ਨੂੰ ਸਿਰ ਤੇ ਸੱਟਾਂ ਵੱਜਣ ਕਾਰਨ ਜਾਨ ਗਵਾ ਬੈਠਿਆ। ਇਹ ਬੜੇ ਹੀ ਉਦਾਸ ਮਨ ਦੇ ਨਾਲ ਕਿਸਾਨਾਂ ਨੇ ਜਾਣਕਾਰੀ ਦਿੱਤੀ। ਤੇ ਹਰਿਆਣਾ ਦੇ ਕਰਨਾਲ ਵਿੱਚ ਸ਼ਨੀਵਾਰ ਨੂੰ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਵਿੱਚ ਜ਼ਖਮੀ ਹੋਏ ਹਰਿਆਣਾ ਦੇ ਪਿੰਡ ਕਾਜਲਾ ਦੇ ਕਿਸਾਨ ਸੁਸ਼ੀਲ ਕਾਜਲਾ ਦੀ ਮੌਤ ਤੋਂ ਬਾਅਦ ਕਿਸਾਨਾਂ ਦੇ ਸੰਘਰਸ਼ ਵਾਲੀਆਂ ਸਾਰੀਆਂ ਥਾਵਾਂ ਤੇ ਸੋਗ ਦੀ ਲਹਿਰ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਡਕੌਂਦਾ ਦੇ ਲੀਡਰਾਂ ਰਾਮ ਸਿੰਘ ਭੈਣੀਬਾਗਾ ਤੇ ਦਰਸ਼ਨ ਸਿੰਘ ਗੁਰਨੇ ਕਲਾ ਨੇ ਸੋਸ਼ਲ ਮੀਡੀਆ ਜ਼ਰੀਏ ਮੌਤ ਦੀ ਪੁਸ਼ਟੀ ਕੀਤੀ। ਕਿਸਾਨਾਂ ਨੇ ਸੁਸ਼ੀਲ ਕਾਜਲਾ ਦੀ ਮੌਤ ਨੂੰ ਸ਼ਹੀਦੀ ਕਰਾਰ ਦਿੱਤਾ ਹੈ। ਕਿਸਾਨ ਲੀਡਰਾਂ ਦੇ ਮੁਤਾਬਿਕ ਸੁਸ਼ੀਲ 2.5 ਏਕੜ ਜ਼ਮੀਨ ਦਾ ਮਾਲਕ ਸੀ। ਕਿਸਾਨੀ ਸੰਘਰਸ਼ ਵਿੱਚ ਲੰਬੇ ਸਮੇਂ ਤੋਂ ਹਿੱਸਾ ਲੈਂਦਾ ਆ ਰਿਹਾ ਸੀ। ਕਿਸਾਨ ਦੀ ਸ਼ਹੀਦੀ ਤੋਂ ਬਾਅਦ ਅਤੇ ਐਤਵਾਰ ਦੇ ਪ੍ਰੋਗਰਾਮ ਤੋਂ ਬਾਅਦ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਬੈਠਕ ਸਿੰਘੂ ਬਾਰਡਰ ਤੇ ਹੋਈ। ਕਿਸਾਨ ਲੀਡਰ ਬੋਗ ਸਿੰਘ ਮਾਨਸਾ ਦੀ ਪ੍ਰਧਾਨਗੀ ਵਿੱਚ ਹੋਈ ਇਸ ਬੈਠਕ ਦੇ ਵਿੱਚ ਖੱਟਰ ਸਰਕਾਰ ਦੇ ਵੱਲੋਂ ਕਰਨਾਲ ਵਿੱਚ ਕਿਸਾਨਾਂ ਦੇ ਵਹਿਸ਼ੀ ਲਾਠੀਚਾਰਜ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਗਈ ਤੇ ਲਾਠੀਚਾਰਜ ਕਾਰਨ ਸ਼ਹੀਦ ਹੋਏ ਕਿਸਾਨ ਸੁਸ਼ੀਲ ਕਾਜਲ ਦੀ ਮੌਤ ਨੂੰ SDM ਕਰਨਾਲ ਵੱਲੋਂ ਤੇ ਪੁਲਿਸ ਵੱਲੋਂ ਕੀਤਾ ਕਤਲ ਕਰਾਰ ਦੇ ਕੇ SDM ਤੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਤੇ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਸਿੰਘੂ ਬਾਰਡਰ ਤੋਂ ਕਿਸਾਨ ਲੀਡਰਾਂ ਨੇ ਕੀਤੀ ਹੈ। ਇਸ ਮੌਕੇ ਸ਼ਹੀਦ ਕਿਸਾਨ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਵੀ ਦਿੱਤੀ ਗਈ। ਕਿਸਾਨ ਆਗੂਆਂ ਨੇ ਸਪਸ਼ਟ ਕੀਤਾ ਕਿ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਿਹੜੀਆਂ ਵੀ ਥਾਵਾਂ ਤੇ ਕਾਰਪੋਰੇਟ ਘਰਾਣਿਆਂ ਦੇ ਸ਼ਾਪਿੰਗ ਮਾਲਸ ਤੇ ਵਪਾਰਿਕ ਅਦਾਰਿਆਂ ਦੇ ਮੂਹਰੇ ਜੋ ਪੱਕੇ ਧਰਨੇ ਚੱਲ ਰਹੇ ਨੇ ਇਸੇ ਤਰ੍ਹਾਂ ਬਾਅਦ ਦਸਤੂਰ ਜਾਰੀ ਰਹਿਣਗੇ। ਕਿਸਾਨ ਲੀਡਰਾਂ ਨੇ ਕਿਹਾ ਕਿ ਬਹੁਤ ਸਾਰੀਆਂ ਥਾਵਾਂ ਤੇ ਇਹ ਘਰਾਣੇ ਨੇ ਜਿਹੜੇ ਉੱਥੇ ਕੰਮ ਕਰਦੇ ਨੌਜਵਾਨਾਂ ਦੀਆਂ ਤਨਖਾਹਾਂ ਨਹੀਂ ਦੇ ਰਹੇ ਤੇ ਉਹਨਾਂ ਨੂੰ ਜਥੇਬੰਦੀਆਂ ਨੂੰ ਕਹਿ ਕੇ ਧਰਨੇ ਚੁਕਵਾਉਣ ਦੇ ਲਈ ਦਬਾਅ ਪਾ ਰਹੇ ਨੇ, ਜਿਸ ਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਉਹਨਾਂ ਕਿਹਾ ਕਿ ਇਹੋ ਜਿਹਾ ਮਾਮਲਾ ਹੀ ਬੈਸਟ ਪ੍ਰਾਈਸ ਦੇ ਪੁੱਚੋ ਜ਼ਿਲ੍ਹਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕੀਆਂ ਗਈਆਂ ਨੇ। ਕਿਸਾਨ ਲੀਡਰਾਂ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਫੌਰੀ ਜਾਰੀ ਕਰਨ ਦੀ ਮੰਗ ਕੀਤੀ ਹੈ। ਕਿਸਾਨ ਲੀਡਰਾਂ ਨੇ ਸਪਸ਼ਟ ਕੀਤਾ ਹੈ ਕਿ ਜੋ ਰਿਲਾਇੰਸ ਪੰਪ ਜਥੇਬੰਦੀਆਂ ਵੱਲੋਂ ਬੰਦ ਕੀਤੇ ਗਏ ਨੇ ਉਸੇ ਤਰ੍ਹਾਂ ਹੀ ਬੰਦ ਰਹਿਣਗੇ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ। ਇਸ ਲਈ ਸੰਬੰਧਿਤ ਡੀਲਰ ਵਾਰੀ-ਵਾਰੀ ਜਥੇਬੰਦੀਆਂ ਦੇ ਲੀਡਰਾਂ ਨੂੰ ਪਰੇਸ਼ਾਨ ਨਾ ਕਰਨ।
ਸੋ ਹਰਿਆਣਾ ਦੇ ਵਿੱਚ ਕਿਸਾਨਾਂ ਤੇ ਲਾਠੀਚਾਰਜ ਖਿਲਾਫ ਪੂਰੇ ਪੰਜਾਬ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਪੁਤਲੇ ਫੂਕੇ ਗਏ। ਪੰਜਾਬ ਭਰ ਦੇ ਵਿੱਚ 32 ਕਿਸਾਨ ਜਥੇਬੰਦੀਆਂ ਦੇ ਸੜਕਾਂ ਨੂੰ ਜਾਮ ਕਰਨ ਦਾ ਜਿਹੜਾ 2 ਘੰਟਿਆਂ ਦਾ ਦਿੱਤਾ ਸੱਦਾ ਸੀ ਉਹ ਸੁਖ ਸ਼ਾਂਤੀ ਦੇ ਨਾਲ ਸਮਾਪਤ ਹੋ ਗਿਆ ਤੇ ਸਫਲ ਰਿਹਾ। ਕਿਸਾਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਪੂਰਾ ਸਫਲ ਰਿਹਾ ਹੈ। 2 ਘੰਟੇ ਦਾ ਬੰਦ। ਸੂਬੇ ਦੇ ਵਿੱਚ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰਨ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ। ਕਿਸਾਨ ਜਥੇਬੰਦੀਆਂ ਨੇ ਹਰਿਆਣਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ, ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ। ਹਰਿਆਣਾ ਦੇ ਵਿੱਚ ਪੁਲਿਸ ਨੇ ਬਸਤਾੜਾ ਟੋਲ ਪਲਾਜ਼ਾ ਨੇੜੇ ਕਿਸਾਨਾਂ ਤੇ ਕੀਤੇ ਲਾਠੀਚਾਰਜ ਦੇ ਖਿਲਾਫ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਦੁਪਹਿਰ 12 ਤੋਂ ਦੁਪਹਿਰ 2 ਵਜੇ ਤੱਕ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਪੰਜਾਬ ਦੇ ਕਿਸਾਨਾਂ ਨੇ ਤਹਿ ਦਿਲ ਤੋਂ ਨਿਭਾਇਆ, ਕਬੂਲਿਆ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ 2 ਘੰਟਿਆਂ ਦੇ ਸੜਕੀ ਜਾਮ ਦੇ ਸੱਦੇ ਤਹਿਤ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ 2 ਘੰਟੇ ਲਈ ਸੜਕਾਂ ਜਾਮ ਕਰ ਦਿੱਤੀਆਂ ਸੀ। ਜਾਮ ਕਰਕੇ ਪੰਜਾਬ ਭਰ ਦੇ ਵਿੱਚ ਲੋਕ ਜਿਹੜੇ ਆਮ ਨੇ ਉਹ ਪਰੇਸ਼ਾਨ ਵੀ ਹੋਏ। ਕਈ ਥਾਵਾਂ ਤੇ ਜਾਮ ਕਾਰਨ ਸਰਕਾਰੀ ਨੌਕਰੀਆਂ ਲਈ ਪਰਚੇ ਦੇਣ ਜਾਣ ਵਾਲਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਕਿਸਾਨ ਲੀਡਰਾਂ ਨੇ ਕਿਹਾ ਕਿ ਪੁਲਿਸ ਤਸ਼ੱਦਦ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ, ਜਿਸ ਕਰਕੇ ਰੋਸ ਵਜੋਂ 2 ਘੰਟੇ ਦਾ ਜਾਮ ਲਾਉਣਾ ਜ਼ਰੂਰੀ ਸੀ। ਵੱਖ-ਵੱਖ ਪਿੰਡਾਂ ਵਿੱਚ ਹਰਿਆਣਾ ਸਰਕਾਰ ਦੀਆਂ ਅਰਥੀਆਂ ਵੀ ਸਾੜੀਆਂ ਗਈਆਂ। ਮਾਨਸਾ ਜ਼ਿਲ੍ਹੇ ਦੇ ਸਾਰੇ ਮੁੱਖ ਰਾਹ ਜਾਮ ਕਰ ਦਿੱਤੇ ਗਏ। ਡੀਸੀ ਚੌਂਕ ਤੇ ਬੈਠੇ ਕਿਸਾਨਾਂ ਨੇ ਲਾਠੀਚਾਰਜ ਕਰਨ ਦਾ ਹੁਕਮ ਦੇਣ ਵਾਲੇ ਐਸਡੀਐਮ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ, ਬਲਵੀਰ ਕੌਰ ਤੇ ਹਰਦੇਵ ਸਿੰਘ ਨੇ ਕਿਹਾ ਕਿ ਸਰਕਾਰ ਜ਼ਖਮੀ ਹੋਏ ਕਿਸਾਨਾਂ ਦਾ ਇਲਾਜ ਆਪਣੇ ਖਰਚੇ ਤੇ ਕਰਾਏ ਤੇ ਐਸਡੀਐਮ ਨੂੰ ਤੁਰੰਤ ਬਰਖਾਸਤ ਕਰੇ। ਲੁਧਿਆਣਾ ਵਿੱਚ ਕਿਸਾਨਾਂ ਨੇ ਐਮਬੀਡੀ ਮਾਲ ਦੇ ਬਾਹਰ ਫਿਰੋਜ਼ਪੁਰ ਰੋਡ ਜਾਮ ਕਰ ਦਿੱਤਾ। ਪੁਲਿਸ ਵੱਲੋਂ ਕਈ ਥਾਵਾਂ ਤੇ ਟ੍ਰੈਫਿਕ ਨੂੰ ਮੋੜ ਦਿੱਤਾ ਗਿਆ। ਸੈਂਕੜੇ ਕਿਸਾਨ ਸੜਕਾਂ ਤੇ ਬੈਠੇ ਸਨ। ਇਹਨਾਂ ਦੇ ਵਿੱਚ ਜ਼ਿਆਦਾਤਰ ਔਰਤਾਂ ਵੀ ਸ਼ਾਮਲ ਸਨ। ਬਹੁਤੇ ਕਿਸਾਨ ਆਪਣੇ ਟਰੈਕਟਰਾਂ ਦੇ ਨਾਲ ਮੁਜ਼ਾਹਰਿਆਂ 'ਚ ਪਹੁੰਚੇ। ਬਰਨਾਲਾ 'ਚ ਕਿਸਾਨਾਂ ਨੇ ਵੱਖ-ਵੱਖ ਥਾਵਾਂ ਤੇ ਬਰਨਾਲਾ ਲੁਧਿਆਣਾ ਰੋਡ, ਬਰਨਾਲਾ ਮੋਗਾ ਰੋਡ, ਬਰਨਾਲਾ ਚੰਡੀਗੜ੍ਹ ਰੋਡ ਤੇ ਬਰਨਾਲਾ ਮਾਨਸਾ ਰੋਡ ਦੇ ਨਾਲ-ਨਾਲ ਬਰਨਾਲਾ ਬਠਿੰਡਾ ਰੋਡ 12 ਤੋਂ 2 ਵਜੇ ਤੱਕ 2 ਘੰਟਿਆਂ ਦੇ ਲਈ ਪੂਰੇ ਜਾਮ ਰੱਖੇ ਤੇ ਆਵਾਜਾਈ ਠੱਪ ਰਹੀ। ਜਲੰਧਰ ਰੋਡ ਤੇ ਲਾਡੋਵਾਲ ਟੋਲ ਪਲਾਜ਼ਾ ਤੇ ਵੀ ਕਿਸਾਨਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਪੁਲਿਸ ਦੇ ਵੱਲੋਂ ਵਾਹਨਾਂ ਨੂੰ ਮੋੜ ਦਿੱਤਾ ਗਿਆ। ਫਗਵਾੜਾ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਰੈਲੀ ਵਿੱਚ ਸ਼ਾਮਲ ਹੋਣ ਜਾ ਰਹੇ ਬਸਪਾ ਵਰਕਰਾਂ ਨੂੰ ਵੀ ਰੋਕ ਦਿੱਤਾ ਗਿਆ। ਬਸਪਾ ਵਰਕਰ ਅੱਗੇ ਜਾਣਾ ਚਾਹੁੰਦੇ ਸੀ ਪਰ ਕਿਸਾਨਾਂ ਨੇ ਉਹਨਾਂ ਨੂੰ ਜਾਣ ਨਹੀਂ ਦਿੱਤਾ, ਜਿਸ ਦੌਰਾਨ ਉਹਨਾਂ ਦੀ ਕਿਸਾਨਾਂ ਦੇ ਨਾਲ ਮਾਮੂਲੀ ਬਹਿਸ ਵੀ ਹੋਈ। ਉਸ ਤੋਂ ਬਾਅਦ ਬਸਪਾ ਦੀ ਇੱਕ ਗੱਡੀ ਵੀ ਜਾਮ ਵਿੱਚ ਫਸ ਗਈ ਸੀ। ਜਲੰਧਰ ਦੇ ਪੀਏਪੀ ਚੌਂਕ ਦੇ ਵਿੱਚ ਅੰਮ੍ਰਿਤਸਰ ਤੇ ਲੁਧਿਆਣਾ ਨੂੰ ਜਾਣ ਵਾਲੀਆਂ ਸੜਕਾਂ ਨੂੰ ਬੰਦ ਕੀਤਾ ਗਿਆ। ਸੈਂਕੜੇ ਇੱਥੇ ਬੀਬੀਆਂ ਤੇ ਕਿਸਾਨਾਂ ਨੇ ਨਾਅਰੇ ਲਾਏ। ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਇੱਥੋਂ ਤੱਕ ਕਿ ਇੱਕ ਐਂਬੂਲੈਂਸ ਤੇ ਫੌਜ ਦਾ ਇੱਕ ਵਾਹਨ ਵੀ ਫਸਿਆ ਰਿਹਾ, ਜਿਸ ਦੀ ਸੋਸ਼ਲ ਮੀਡੀਆ ਤੇ ਨਿਖੇਧੀ ਵੀ ਹੋ ਰਹੀ ਹੈ। ਫਗਵਾੜਾ ਹੁਸ਼ਿਆਰਪੁਰ ਦੇ ਰਾਹ ਵੀ ਬੰਦ ਰਹੇ। ਕਿਸਾਨ ਮੋਰਚੇ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਪੀਏਪੀ ਚੌਂਕ ਤੇ ਸੁਰੱਖਿਆ ਤੈਨਾਤ ਕੀਤੀ ਗਈ। 2 ਘੰਟੇ ਦੇ ਜਾਮ ਤੋਂ ਬਾਅਦ ਪੂਰਾ ਪੰਜਾਬ ਖੁੱਲ ਗਿਆ। ਲੁਧਿਆਣਾ, ਅੰਮ੍ਰਿਤਸਰ, ਹੁਸ਼ਿਆਰਪੁਰ, ਫਗਵਾੜਾ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਖੋਲ੍ਹ ਦਿੱਤੀਆਂ ਗਈਆਂ। ਇੱਥੇ ਬੱਸਾਂ ਦੇ ਜਾਮ 'ਚ ਫਸਣ ਕਾਰਨ ਅਤੇ ਦੁਪਹੀਆ ਵਾਹਨਾਂ ਦੇ ਰੁਕਣ ਕਾਰਨ ਲੋਕਾਂ ਦੇ ਵਿੱਚ ਭਾਰੀ ਨਾਰਾਜ਼ਗੀ ਵੀ ਦੇਖੀ ਗਈ। ਲੋਕਾਂ ਦਾ ਕਹਿਣਾ ਸੀ ਕਿ ਸਾਨੂੰ ਪਹਿਲਾਂ ਦੱਸਿਆ ਜਾਣਾ ਚਾਹੀਦਾ ਸੀ ਜਾਂ ਫਿਰ ਪੁਲਿਸ ਨੂੰ ਕੋਈ ਬਦਲਵੇਂ ਰੂਟ ਦਾ ਪ੍ਰਬੰਧ ਕਰਨਾ ਚਾਹੀਦਾ ਸੀ। ਇਸ ਦੌਰਾਨ ਜ਼ਿਆਦਾਤਰ ਲੋਕਾਂ ਨੂੰ ਪੈਦਲ ਹੀ ਅੱਗੇ ਜਾਣ ਲਈ ਮਜਬੂਰ ਹੋਣਾ ਪਿਆ। ਬਹੁਤ ਸਾਰੀਆਂ ਔਰਤਾਂ ਇੱਕ ਬੱਚੇ ਨੂੰ ਗੋਦ ਵਿੱਚ ਲੈ ਕੇ ਤਪਦੀ ਗਰਮੀ ਦੇ ਵਿੱਚ ਕਹਿੰਦੇ ਪੈਦਲ ਸ਼ਹਿਰ ਦੇ ਵਿੱਚ ਗਈਆਂ। ਫਰੀਦਕੋਟ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਜੁਬਲੀ ਸਿਨੇਮਾ ਚੌਂਕ ਦੇ ਵਿੱਚ ਹਰਿਆਣਾ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ। ਮਨੋਹਰ ਲਾਲ ਖੱਟਰ ਤੇ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ। ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਦੋਸ਼ ਲਾਇਆ ਕਿ ਬੀਜੇਪੀ ਸਰਕਾਰ ਨੇ ਲਾਠੀਚਾਰਜ ਕਰਕੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੀਜੇਪੀ ਡੰਡੇ ਦੇ ਜ਼ੋਰ ਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ, ਜਿਹੜੀ ਕਿ ਦਬੇਗੀ ਨਹੀਂ। ਹਰਿਆਣਾ 'ਚ ਕਿਸਾਨਾਂ ਤੇ ਹੋਏ ਲਾਠੀਚਾਰਜ ਦੇ ਖਿਲਾਫ ਸਿਰਫ ਕਿਸਾਨ ਹੀ ਨਹੀਂ ਡਟੇ ਹੋਏ, ਬਲਕਿ ਸਿਆਸੀ ਪਾਰਟੀਆਂ ਦੇ ਲੀਡਰ ਨੇ ਜਿਹੜੇ ਉਹ ਵੀ ਡਟੇ ਹੋਏ ਨੇ। ਖਬਰ ਦੇ ਅਖੀਰ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਹੜੇ-ਕਿਹੜੇ ਲੀਡਰ ਨੇ ਕੀ ਕਿਹਾ, ਪਰ ਉਸ ਤੋਂ ਪਹਿਲਾਂ ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਵੀ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਬੀਜੇਪੀ ਸਰਕਾਰ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਆਲੋਚਨਾ ਕੀਤੀ ਹੈ। ਮੁੱਖ ਮੰਤਰੀ ਨੂੰ ਕਿਸਾਨਾਂ ਤੋਂ ਮਾਫੀ ਮੰਗਣ ਲਈ ਕਿਹਾ। ਰਾਜਪਾਲ ਨੇ ਕਿਹਾ ਕਿ ਕਿਸਾਨਾਂ ਤੇ ਲਾਠੀਚਾਰਜ ਕਰਨ ਦੇ ਹੁਕਮ ਦੇਣ ਵਾਲੇ ਐਸਡੀਐਮ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਪੱਛਮੀ ਯੂਪੀ ਨਾਲ ਸੰਬੰਧਿਤ ਸਤਿਆਪਾਲ ਮਲਿਕ ਇਸ ਤੋਂ ਪਹਿਲਾਂ ਵੀ ਕਿਸਾਨਾਂ ਦੇ ਸਮਰਥਨ ਵਿੱਚ ਆਵਾਜ਼ ਚੁੱਕਦੇ ਰਹਿੰਦੇ ਨੇ। ਇਸੇ ਦਰਮਿਆਨ ਹਰਿਆਣਾ ਦੇ ਏਡੀਜੀਪੀ ਨਵਦੀਪ ਸਿੰਘ ਵਿਰਕ ਦਾ ਵੱਡਾ ਬਿਆਨ ਆਇਆ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੇ ਪੁਲਿਸ ਤੇ ਹਮਲਾ ਕਰ ਦਿੱਤਾ ਸੀ। ਕਹਿੰਦੇ ਪੁਲਿਸ ਤੇ ਕਈਆਂ ਤੇ ਪੱਥਰਾਂ ਨਾਲ ਕਿਸਾਨਾਂ ਨੇ ਹਮਲਾ ਕੀਤਾ। 10 ਪੁਲਿਸ ਮੁਲਾਜ਼ਮ ਸਾਡੇ ਜ਼ਖਮੀ ਹੋ ਗਏ ਸੀ, ਜਿਹਦੇ ਕਰਕੇ ਪੁਲਿਸ ਨੂੰ ਕਿਸਾਨਾਂ ਤੇ ਲਾਠੀਚਾਰਜ ਕਰਨਾ ਪਿਆ। ਪੁਲਿਸ ਬਲ ਨੇ ਕਿਸਾਨਾਂ ਤੇ ਸਿਰਫ ਹਲਕਾ ਬਲ ਪ੍ਰਯੋਗ ਕੀਤਾ। ਕਿਸਾਨਾਂ ਨੇ ਸੰਧੀ ਦੀ ਉਲੰਘਣਾ ਕੀਤੀ। ਇੱਕ ਵੱਡਾ ਜਿਹੜਾ ਇਲਜ਼ਾਮ ਕਿਸਾਨਾਂ ਦੇ ਉੱਤੇ ਹੀ ਲਾ ਦਿੱਤਾ ਗਿਆ ਹੈ एडीजीपी ਦੇ ਵੱਲੋਂ। किसान प्रदर्शनकारी जो मौजूद थे उन्होंने ज़बरदस्ती नेशनल हाईवे को जाम किया और ज़बरदस्ती करनाल शहर की तरफ जाने की कोशिश की। जब उनको वहाँ पे मौजूद कर्मचारियों ने, अधिकारियों ने समझाया कि आप वहाँ नहीं जा सकते हैं, तो उसके बाद उन्होंने उग्र एक रूप ले लिया
और कुछ प्रदर्शनकारियों ने पुलिस बल पे पत्थर फेंके, कुछ लोगों ने कसी वगैरह से भी अटैक करने की कोशिश की। उसके बाद नियमानुसार पुलिस बल ने एक हल्का बल प्रयोग किया और उनको वहाँ से हटाया। इस विषय में अभी तक प्राप्त जानकारी के अनुसार 4 किसान भाइयों को चोट आई है। ਹੁਣ ਉਹਨਾਂ ਕਿਸਾਨਾਂ ਨੂੰ ਸੁਣਦੇ ਹਾਂ ਜਿਹੜੇ ਲਾਠੀਚਾਰਜ ਦੇ ਵਿੱਚ ਜ਼ਖਮੀ ਹੋਏ ਨੇ। ਜ਼ਖਮੀ ਹੋਏ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਤੇ ਪੁਲਿਸ ਨੇ ਕਿਵੇਂ ਹਮਲਾ ਕੀਤਾ। ਇੱਕ ਕਿਸਾਨ ਨੇ ਦੱਸਿਆ ਕਿ ਅਸੀਂ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਬੈਠੇ ਹੋਏ ਸੀ, ਪੁਲਿਸ ਵਾਲਿਆਂ ਨੇ ਇੱਕਦਮ ਹੱਲਾ ਬੋਲ ਦਿੱਤਾ, ਸਾਨੂੰ ਬਹੁਤ ਲਾਠੀਆਂ ਮਾਰੀਆਂ ਗਈਆਂ। ਪੁਲਿਸ ਦੀਆਂ ਲੱਠਾਂ ਖਾਂਦੇ ਖਾਂਦੇ ਖੇਤ ਵਿੱਚ ਪਹੁੰਚ ਗਏ। ਖੇਤ ਵਿੱਚ ਜਾਣ ਤੋਂ ਬਾਅਦ ਵੀ ਕਹਿੰਦੇ 20-30 ਪੁਲਿਸ ਵਾਲੇ ਮੇਰੇ ਪਿੱਛੇ ਲੱਗ ਗਏ ਤੇ ਮੈਨੂੰ ਸੋਟੀਆਂ ਮਾਰਦੇ ਰਹੇ। ਇੱਕ ਹੋਰ ਕਿਸਾਨ ਨੇ ਦੱਸਿਆ ਕਿ ਮੇਰੇ ਹੱਥ ਤੇ 9 ਟਾਂਕੇ ਲੱਗੇ ਨੇ। ਮੇਰਾ ਹੱਥ ਪੁਲਿਸ ਦੇ ਲਾਠੀ ਚਾਰਜ ਕਰਕੇ ਕੱਟਿਆ ਗਿਆ। ਉਹਨਾਂ ਕਿਹਾ ਕਿ ਪੁਲਿਸ ਨੇ ਸਾਨੂੰ ਸੰਭਲਣ ਦਾ ਮੌਕਾ ਹੀ ਨਹੀਂ ਦਿੱਤਾ, ਸਾਡੇ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਗਿਆ। ਕਿਸਾਨਾਂ ਨੇ ਇਹ ਵੀ ਕਿਹਾ ਕਿ ਸਾਡਾ ਮੈਡੀਕਲ ਵੀ ਨਹੀਂ ਹੋਇਆ, ਡਾਕਟਰ ਛੁੱਟੀ ਕਰ ਗਏ, ਸਾਡੇ ਐਕਸਰੇ ਵੀ ਨਹੀਂ ਹੋਏ, ਰਿਪੋਰਟ ਵੀ ਨਹੀਂ ਆਈ। ਸਰਕਾਰੀ ਹਸਪਤਾਲ ਵਿੱਚ ਵੀ ਸਰਕਾਰ ਦੀ ਸ਼ਹਿ ਤੇ ਧੱਕੇਸ਼ਾਹੀ ਹੋਈ। ਜਿਨ੍ਹਾਂ ਕਿਸਾਨਾਂ ਨੂੰ ਐਡਮਿਟ ਕਰਨ ਦੀ ਲੋੜ ਸੀ ਉਹਨਾਂ ਨੂੰ ਵੀ ਧੱਕੇ ਨਾਲ ਡਿਸਚਾਰਜ ਕਰ ਦਿੱਤਾ ਗਿਆ ਤੇ ਕਿਸਾਨਾਂ ਤੇ ਅੰਨ੍ਹੇਵਾਹ ਲਾਠੀਆਂ ਮਾਰਨ ਦੇ ਨਤੀਜੇ ਆਉਣੇ ਵੀ ਸ਼ੁਰੂ ਹੋ ਗਏ ਨੇ। ਹਰਿਆਣੇ ਦੀ ਇੱਕ ਲੀਡਰ ਨੇ ਖੱਟਰ ਸਰਕਾਰ ਦੇ ਮੱਥੇ ਤੇ ਅਸਤੀਫਾ ਮਾਰਿਆ। ਖੱਟਰ ਸਰਕਾਰ ਨੂੰ ਸਮਰਥਨ ਦੇ ਰਹੀ ਜਨ ਨਾਇਕ ਜਨਤਾ ਪਾਰਟੀ ਯਾਨੀ ਕਿ ਜੇਜੇਪੀ ਦੀ ਲੀਡਰ ਸੰਤੋਸ਼ ਦਈਆ ਨੇ ਕਿਸਾਨਾਂ ਉੱਤੇ ਹੋਏ ਅੰਨ੍ਹੇਵਾਹ ਤਸ਼ੱਦਦ ਤੋਂ ਦੁਖੀ ਹੋ ਕੇ ਪਾਰਟੀ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ। ਸੰਤੋਸ਼ ਦਈਆ ਨੇ 2019 ਦੇ ਵਿੱਚ ਜੇਜੇਪੀ ਦੀ ਟਿਕਟ ਉੱਤੇ ਲਾਡਵਾ ਵਿਧਾਨ ਸਭਾ ਤੋਂ ਚੋਣ ਲੜੀ ਸੀ। ਦਈਆ ਜੇਜੇਪੀ ਵਿੱਚ ਕੌਮੀ ਕਾਰਜਕਾਰਨੀ ਦੇ ਮੈਂਬਰ ਅਤੇ 4 ਜ਼ਿਲ੍ਹਿਆਂ ਕੈਥਲ, ਕੁਰੂਕਸ਼ੇਤਰ, ਕਰਨਾਲ, ਅੰਬਾਲਾ ਦੀ ਮਹਿਲਾ ਇੰਚਾਰਜ ਵੀ ਰਹਿ ਚੁੱਕੀ ਹੈ। ਸੰਤੋਸ਼ ਦਈਆ ਨੇ ਐਸਡੀਐਮ ਦੀ ਵਾਇਰਲ ਵੀਡੀਓ ਦਾ ਵੀ ਜ਼ਿਕਰ ਕੀਤਾ ਹੈ। ਸੰਤੋਸ਼ ਦਈਆ ਨੇ ਕਿਹਾ ਕਿ ਜੇਜੇਪੀ ਪਾਰਟੀ ਬੀਜੇਪੀ ਦੇ ਨਾਲ ਜੁੜੀ ਹੋਈ ਸੀ ਤੇ ਮੈਂ ਜੀਜੇਪੀ ਦੇ ਨਾਲ ਜੁੜੀ ਹੋਈ ਸੀ। ਉਮੀਦ ਸੀ ਕਿ ਕਿਸਾਨਾਂ ਦਾ ਮਸਲਾ ਹੱਲ ਹੋ ਜਾਊ, ਪਰ ਹਾਲਾਤ ਹੋਰ ਵਿਗੜ ਰਹੇ ਨੇ। ਹੁਣ ਗੱਲ ਆਉਂਦੀ ਹੈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕਿ ਕੀ ਉਹ ਇਸ ਘਟਨਾ ਤੇ ਬੋਲੇ ਨੇ, ਆਪਣੀ ਜ਼ੁਬਾਨ ਖੋਲੀ ਹੈ ਤਾਂ ਕੀ ਕਿਹਾ ਹੈ। ਲਾਠੀ ਚਾਰਜ ਬਾਰੇ ਜਦੋਂ ਮੀਡੀਆ ਨੇ ਮੁੱਖ ਮੰਤਰੀ ਖੱਟਰ ਨੂੰ ਸਵਾਲ ਪੁੱਛਿਆ ਤਾਂ ਉਹਨਾਂ ਦਾ ਰਵੱਈਆ ਦੇਖਣ ਹੀ ਵਾਲਾ ਸੀ। ਪਹਿਲਾਂ ਤਾਂ ਖੱਟਰ ਰੁਕੇ ਹੀ ਨਹੀਂ, ਫਿਰ ਇੰਨਾ ਕਹਿ ਕੇ ਆਪਣੀ ਗੱਡੀ 'ਚ ਬਹਿ ਗਏ ਕਿ ਜਿਹੜਾ ਮੈਂ ਕੱਲ ਬਿਆਨ ਦਿੱਤਾ ਸੀ ਉਸੇ ਨੂੰ ਅੱਜ ਵੀ ਚਲਾ ਲਓ। ਹੈਰਾਨੀ ਵਾਲੀ ਗੱਲ ਹੈ ਕਿ ਹਰਿਆਣਾ ਸਰਕਾਰ ਦੇ ਐਸਡੀਐਮ ਸਿਨਹਾ ਦਾ ਇੱਕ ਵੀਡੀਓ ਵਾਇਰਲ ਹੋਇਆ, ਆਯੁਸ਼ ਸਿਨਹਾ ਦਾ, ਜਿਹਦੇ ਵਿੱਚ ਐਸਡੀਐਮ ਸ਼ਰੇਆਮ ਪੁਲਿਸ ਮੁਲਾਜ਼ਮਾਂ ਨੂੰ ਕਿਸਾਨਾਂ ਦੇ ਸਿਰ ਭੰਨਣ ਦਾ ਹੁਕਮ ਦੇ ਰਿਹਾ ਹੈ ਤੇ ਇਸ ਗੰਭੀਰ ਮੁੱਦੇ ਤੇ ਹਰਿਆਣਾ ਦੇ ਸੀਐਮ ਦੇ ਵੱਲੋਂ ਇਸ ਤਰ੍ਹਾਂ ਦਾ ਬਿਆਨ ਦੇਣਾ ਸੱਚਮੁੱਚ ਵੱਡੇ ਸਵਾਲ ਖੜੇ ਕਰਦਾ ਹੈ। ਖੱਟਰ ਨੇ ਇੰਨਾ ਕਹਿ ਕੇ ਕਿ ਜੋ ਕੱਲ ਵਾਲਾ ਬਿਆਨ ਸੀ ਉਸੇ ਨੂੰ ਅੱਜ ਵੀ ਚਲਾ ਲਓ, ਮੂੰਹ ਤੇ ਮਾਸਕ ਚੜਾ ਲਿਆ ਅਤੇ ਮਾਸਕ ਨੂੰ ਸਵਾਰਦੇ ਹੋਏ ਮੀਡੀਆ ਦੇ ਸਵਾਲਾਂ ਤੋਂ ਬਚਦੇ ਹੋਏ ਅੱਗੇ ਨਿਕਲ ਗਏ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਫੀ ਤਿੱਖੀਆਂ ਸੁਣਾਈਆਂ ਨੇ ਹਰਿਆਣਾ ਨੂੰ। ਲਾਠੀਚਾਰਜ ਦੀ ਨਿੰਦਾ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਪਹਿਲੀ ਵਾਰੀ ਨਹੀਂ ਜਦੋਂ ਹਰਿਆਣਾ ਪੁਲਿਸ ਕਿਸਾਨਾਂ ਨੂੰ ਬੇਰਹਿਮੀ ਦੇ ਨਾਲ ਇਸ ਤਰ੍ਹਾਂ ਕੁੱਟ ਰਹੀ ਹੈ। ਸਪਸ਼ਟ ਹੈ ਬੀਜੇਪੀ ਦੀ ਅਗਵਾਈ ਵਾਲੀ ਖੱਟਰ ਸਰਕਾਰ ਨੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਨੂੰ ਖਤਮ ਕਰਨ ਦੇ ਲਈ ਇੱਕ ਵਾਰੀ ਫਿਰ ਜਾਣਬੁੱਝ ਕੇ ਤਾਕਤ ਦੀ ਅੰਨ੍ਹੇਵਾਹ ਵਰਤੋਂ ਕੀਤੀ ਹੈ। ਕੈਪਟਨ ਨੇ ਖੱਟਰ ਨੂੰ ਮਾਫੀ ਮੰਗਣ ਲਈ ਕਿਹਾ ਹੈ, ਜ਼ਖਮੀ ਹੋਏ ਕਿਸਾਨਾਂ ਦੀ ਸਹਾਇਤਾ ਕੀਤੀ ਜਾਵੇ ਇਹ ਵੀ ਕਿਹਾ ਤੇ ਕਿਹਾ ਕਿ ਖੱਟਰ ਸਰਕਾਰ ਵੱਲੋਂ ਕਿਸਾਨਾਂ ਤੇ ਇਸ ਤਰ੍ਹਾਂ ਦਾ ਹਮਲਾ ਨਾ ਸਿਰਫ ਅਸਹਿਣਯੋਗ ਹੈ ਬਲਕਿ ਪੂਰੀ ਤਰ੍ਹਾਂ ਨਿੰਦਣਯੋਗ ਹੈ। ਕੈਪਟਨ ਨੇ ਕਿਹਾ ਅੰਨਦਾਤਾ ਨਾਲ ਅਜਿਹਾ ਸਲੂਕ ਬਰਦਾਸ਼ਤ ਤੋਂ ਪਰੇ ਹੈ। ਚੇਤਾਵਨੀ ਦਿੱਤੀ ਹੈ ਹਰਿਆਣਾ ਸਰਕਾਰ ਨੂੰ ਕਿ ਬੀਜੇਪੀ ਨੂੰ ਅਜਿਹੀਆਂ ਕਾਰਵਾਈਆਂ ਤੇ ਕੇਂਦਰ ਵਿੱਚ ਆਪਣੀ ਸਰਕਾਰ ਦੀ ਕਿਸਾਨਾਂ ਪ੍ਰਤੀ ਉਦਾਸੀਨਤਾ ਦੇ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਤੇ ਹੋਰਨਾਂ ਸੂਬਿਆਂ ਵਿੱਚ ਗੰਭੀਰ ਸਿੱਟੇ ਭੁਗਤਣੇ ਪੈਣਗੇ। ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਕਿਸਾਨ ਦਾ ਹਾਲ ਚਾਲ ਜਾਣਨ ਲਈ ਪਹੁੰਚੇ ਸੀਨੀਅਰ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਹਰਿਆਣਾ ਸਰਕਾਰ ਤਾਲਿਬਾਨ ਸਰਕਾਰ ਹੈ, ਇਸ ਸਰਕਾਰ ਨੂੰ ਆਪਣੇ ਕੀਤੇ ਦਾ ਖਮਿਆਜ਼ਾ ਭੁਗਤਣਾ ਪਵੇਗਾ। ਉਹਨਾਂ ਕਿਹਾ ਕਿ ਕਰਨਾਲ ਦੇ ਵਿੱਚ ਹੀ ਅਸੀਂ ਅਗਲੀ ਰਣਨੀਤੀ ਘੜ ਰਹੇ ਹਾਂ। ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕਰਨਾਲ ਦਾ ਐਸਡੀਐਮ ਕਿਸਾਨਾਂ ਦੇ ਸਿਰ ਭੰਨਣ ਦਾ ਹੁਕਮ ਦੇ ਰਿਹਾ ਹੈ ਤੇ ਉੱਥੇ ਕੁਝ ਪੁਲਿਸ ਵਾਲੇ ਉਹ ਲੋਕ ਵੀ ਸ਼ਾਮਿਲ ਨੇ ਜੋ ਕਿਸਾਨਾਂ ਨਾਲ ਖਾਸ ਤੌਰ ਤੇ ਕੋਈ ਰੰਜਿਸ਼ ਰੱਖਦੇ ਨੇ। ਉਹਨਾਂ ਕਿਹਾ ਕਿ ਐਸਡੀਐਮ ਆਯੂਸ਼ ਸਿਨਹਾ ਜਿਸ ਨੇ ਸਿਰ ਤੇ ਲੱਠ ਮਾਰਨ ਦਾ ਹੁਕਮ ਦਿੱਤਾ ਸੀ ਉਹ ਗੈਰ ਕਾਨੂੰਨੀ ਹੈ। ਇੰਸਪੈਕਟਰ ਹਰਜਿੰਦਰ ਸਿੰਘ, ਸਿਪਾਹੀ ਕੁਲਬੀਰ ਸਿੰਘ, ਏਐਸਆਈ ਗੁਰਜੀਤ ਸਿੰਘ ਵੀ ਉੱਥੇ ਸ਼ਾਮਿਲ ਨੇ ਜਿਨ੍ਹਾਂ ਨੇ ਕਿਸਾਨਾਂ ਨਾਲ ਕਿਸੇ ਵਿਸ਼ੇਸ਼ ਰੰਜਿਸ਼ ਕਰਕੇ ਬੁਰੀ ਤਰ੍ਹਾਂ ਲਾਠੀਚਾਰਜ ਕੀਤਾ ਹੈ। ਚੜੂਨੀ ਨੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਇਨ੍ਹਾਂ ਪੁਲਿਸ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਚੜੂਨੀ ਨੇ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਇਸ ਮਸਲੇ ਤੇ ਸੋਮਵਾਰ ਨੂੰ ਫਿਰ ਮੀਟਿੰਗ ਕਰਾਂਗੇ ਤੇ ਸਰਕਾਰ ਸਾਡੀ ਮੀਟਿੰਗ ਤੋਂ ਪਹਿਲਾਂ ਲਾਠੀਚਾਰਜ ਕਰਨ ਵਾਲਿਆਂ ਦੇ ਖਿਲਾਫ ਮੁਕੱਦਮੇ ਦਰਜ ਕਰ ਲਵੇ, ਨਹੀਂ ਤਾਂ ਫਿਰ ਸਾਡੀ ਮੀਟਿੰਗ ਵਿੱਚ ਅਸੀਂ ਕੋਈ ਵੱਡਾ ਫੈਸਲਾ ਲਵਾਂਗੇ। ਇਸ ਦੇ ਨਾਲ ਹੀ ਗੁਰਨਾਮ ਚੜੂਨੀ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਵੀ ਹੋਏ ਨੇ। ਲਾਈਵ ਹੋ ਕੇ
ਕਰਕੇ ਉਹਨਾਂ ਨੇ ਕਿਹਾ ਕਿ ਖੱਟਰ ਸਰਕਾਰ ਦਾ ਇਹ ਰਵੱਈਆ ਬਰਦਾਸ਼ਤ ਨਹੀਂ ਕਰਾਂਗੇ, ਅਗਲੀ ਰਣਨੀਤੀ ਛੇਤੀ ਘੜਾਂਗੇ ਤੇ ਨਾਲ ਹੀ ਕਿਸਾਨ ਅੰਦੋਲਨ ਲਈ ਹੋਰ ਕੀ ਫੈਸਲਾ ਕੀਤਾ ਜਾਵੇ, ਇਸ ਲਈ ਚੜੂਨੀ ने लोगों तो राय भी मंगी है। जब 9 महीने से सरकार ने कोई बात नहीं की तो हमें सोचने पे मजबूर होना पड़ेगा। और जो कल की मीटिंग है, कल की मीटिंग में हम आपकी राय के मुताबिक अपनी राय रखेंगे, अपनी सहमति बनाएंगे और फिर उसको आगे संयुक्त मोर्चे की मीटिंग में रखेंगे हरियाणा की तरफ से। तो इसलिए आप सभी लोग अपनी अपनी राय जरूर भेजें कि हमें अगला कदम क्या उठाना चाहिए या नहीं उठाना चाहिए। अगर उठाना चाहिए तो क्या उठाना चाहिए, सभी अपने ठंडे दिमाग से इस पे जरूर राय दें। आप सबका बहुत बहुत धन्यवाद। पीटने के लिए किसानों को ये काम किया गया है और किसानों की जो वहाँ मौके का एसडीएम है वो सिर पे लठ मारने का, सिर पाड़ने का ऑर्डर दे रहा है। और वहाँ पे जो पुलिस वाले हैं उसमें कई लोग वो हैं जो स्पेशल रंजिश किसानों से रखते हैं। किसानों का सिर पाड़न का हुक्म देने वाले एसडीएम आयुष सिन्हा ने वीडियो वायरल होने तो बाद अपना स्पष्टीकरण दिता है ते ਇਹ ਇਲਜ਼ਾਮ ਲਾਇਆ ਕਿ ਕਿਸਾਨਾਂ ਨੇ ਪਹਿਲਾਂ ਪੱਥਰਬਾਜ਼ੀ ਕੀਤੀ ਸੀ, ਪੁਲਿਸ ਨੂੰ ਸਿਰਫ ਬਚਾਅ ਲਈ ਹਦਾਇਤਾਂ ਦਿੱਤੀਆਂ ਗਈਆਂ ਸੀ ਤੇ ਸਿਨਹਾ ਇਹ ਵੀ ਕਹਿ ਰਹੇ ਨੇ ਕਿ ਹਾਲੇ ਤੱਕ ਮੈਂ ਆਪਣੀ ਵੀਡੀਓ ਦੇਖੀ ਨਹੀਂ ਜੋ ਵਾਇਰਲ ਹੋਈ ਹੈ, ਮੈਂ ਉਸ ਨੂੰ ਚੈੱਕ ਕਰਕੇ ਹੀ ਕਮੈਂਟ ਕਰਾਂਗਾ। ਹਾਲਾਂਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਸਿਨਹਾ ਨੇ ਖੁਦ ਆਪਣੀ ਜ਼ੁਬਾਨ 'ਚੋਂ ਸ਼ਬਦ ਬੋਲੇ ਨੇ ਤੇ ਆਪਣੀ ਹੀ ਵੀਡੀਓ ਚੈੱਕ ਕਰਕੇ ਕਮੈਂਟ ਕਰਨ ਲਈ ਕਹਿ ਰਹੇ ਨੇ, ਯਾਨੀ ਕਿ ਜਾਂ ਤਾਂ ਯਾਦਦਾਸ਼ਤ ਉਹਨਾਂ ਦੀ ਖਰਾਬ ਹੋ ਸਕਦੀ ਹੈ ਜਾਂ ਫਿਰ ਬਿਆਨ ਦੇਣ ਤੋਂ ਬਚਣ ਲਈ ਉਹਨਾਂ ਨੇ ਅਜਿਹਾ ਬਿਆਨ ਦਿੱਤਾ ਹੈ। ਵਾਇਰਲ ਵੀਡੀਓ ਦੇ ਵਿੱਚ ਤਾਂ ਸਾਫ਼ ਦਿਖ ਤੇ ਸੁਣ ਰਿਹਾ ਹੈ ਕਿ ਐਸਡੀਐਮ ਵੱਲੋਂ ਪੁਲਿਸ ਜਵਾਨਾਂ ਨੂੰ ਸਾਫ਼-ਸਾਫ਼ ਕਿਹਾ ਜਾ ਰਿਹਾ ਸੀ ਕਿ ਕਿਸਾਨਾਂ ਤੇ ਐਕਸ਼ਨ ਲੈਣ, ਸਿਰ ਤੇ ਵਾਰ ਕਰਨ, ਜੋ ਵੀ ਕਿਸਾਨ ਅੱਗੇ ਆਏ ਖਾਲੀ ਨਾ ਜਾਏ, ਉਹਦਾ ਸਿਰ ਪਾਟਿਆ ਹੋਣਾ ਚਾਹੀਦਾ ਹੈ। ਇਸ ਮਸਲੇ ਦੇ ਉੱਤੇ ਵੱਡੇ ਸਿਆਸੀ ਲੀਡਰਾਂ ਨੇ ਕੀ ਬਿਆਨ ਦਿੱਤੇ ਨੇ। ਰਾਹੁਲ ਗਾਂਧੀ ਨੇ ਫੱਟੜ ਕਿਸਾਨ ਦੀ ਤਸਵੀਰ ਸਾਂਝੀ ਕਰਦੇ ਹੋਏ ਕਿਹਾ, ਇੱਕ ਵਾਰੀ ਫਿਰ ਕਿਸਾਨ ਦਾ ਖੂਨ ਡੁੱਲਿਆ ਤੇ ਦੇਸ਼ ਦਾ ਸਿਰ ਝੁਕਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਤੇ ਲਾਠੀਚਾਰਜ ਦੀ ਵੀਡੀਓ ਸਾਂਝੀ ਕਰਦੇ ਹੋਏ ਇਸ ਨੂੰ ਸੰਵਿਧਾਨ ਤੇ ਲੋਕਤੰਤਰ ਤੇ ਹਮਲਾ ਕਿਹਾ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਤੇ ਲਾਠੀਚਾਰਜ ਨੂੰ ਪੂਰਾ ਗਲਤ ਦੱਸਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਦੇਸ਼ ਦੇ ਅੰਨਦਾਤਾ ਨਾਲ ਇਸ ਤਰ੍ਹਾਂ ਦਾ ਵਤੀਰਾ ਠੀਕ ਨਹੀਂ ਹੈ। ਭਗਵੰਤ ਮਾਨ ਨੇ ਵੀ ਕਰਨਾਲ ਮਾਮਲੇ ਦੀ ਨਿੰਦਿਆ ਕੀਤੀ, ਕਿਹਾ ਕਿ ਹਰਿਆਣਾ ਪੁਲਿਸ ਦੇ ਕਿਸਾਨਾਂ ਉੱਤੇ ਜ਼ੁਲਮ ਦੀ ਚਾਰੇ ਪਾਸੇ ਤੋਂ ਨਿੰਦਿਆ ਹੋ ਰਹੀ ਹੈ, ਲੋਕਤੰਤਰ ਦਾ ਘਾਣ ਕਰ ਰਹੀ ਹੈ ਬੀਜੇਪੀ ਸਰਕਾਰ। AIMIM ਦੇ ਲੀਡਰ ਅਸਾਉਦੀਨ ਓਵੈਸੀ ਨੇ ਵੀ ਐਸਡੀਐਮ ਦੇ ਵਾਇਰਲ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਭਾਰਤ ਵਿੱਚ ਮੁਜ਼ਾਹਰਾ ਕਰਨਾ ਨਾਗਰਿਕਾਂ ਦਾ ਮੂਲ ਅਧਿਕਾਰ ਹੈ, ਇਹ ਅਫਸਰ ਕਿਵੇਂ ਲੋਕਾਂ ਉੱਤੇ ਐਕਸ਼ਨ ਲੈਣ ਦਾ ਹੁਕਮ ਦੇ ਸਕਦਾ ਹੈ। ਖੱਟਰ ਸਰਕਾਰ ਹਰਿਆਣਾ ਵਿੱਚ ਕਰ ਕੀ ਰਹੀ ਹੈ, ਮੈਂ ਇਸ ਘਟਨਾ ਦੀ ਨਿਖੇਧੀ ਕਰਦਾ। ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਜ਼ਰੂਰ ਇਸ ਤੇ ਬੋਲੇ ਨੇ, ਭਾਵੇਂ ਖੱਟਰ ਨੇ ਪਾਸਾ ਵੱਟ ਲਿਆ, ਪਰ ਚੌਟਾਲਾ ਨੇ ਅਧਿਕਾਰੀ ਵੱਲੋਂ ਵਰਤੇ ਸ਼ਬਦਾਂ ਦੀ ਨਿੰਦਿਆ ਕੀਤੀ ਹੈ, ਕਿਹਾ ਕਿ ਉਸ ਖਿਲਾਫ ਸਰਕਾਰ ਦੇ ਵੱਲੋਂ ਐਕਸ਼ਨ ਲਿਆ ਜਾਵੇਗਾ। ਕਿਸਾਨਾਂ ਤੇ ਹੋਈ ਲਾਠੀਚਾਰਜ ਦੇ ਖਿਲਾਫ ਚੰਡੀਗੜ੍ਹ ਦੇ ਵਿੱਚ ਵੀ ਥਾਂ-ਥਾਂ ਤੇ ਮੁਜ਼ਾਹਰੇ ਕੀਤੇ ਗਏ ਤੇ ਸੜਕਾਂ ਜਾਮ ਕੀਤੀਆਂ ਗਈਆਂ। ਚੰਡੀਗੜ੍ਹ ਦੇ ਨਾਲ-ਨਾਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਵੀ ਕਿਸਾਨਾਂ ਦੇ ਵੱਲੋਂ ਅਜਿਹੇ ਮੁਜ਼ਾਹਰੇ ਕੀਤੇ ਗਏ। ਤੇ ਨਾਲ ਹੀ ਚੰਡੀਗੜ੍ਹ ਵਿੱਚ ਕਿਸਾਨ ਧੀ ਦੇ ਨਾਲ ਬੀਜੇਪੀ ਦੀ ਗੁੰਡਾਗਰਦੀ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਵੱਲੋਂ ਕੀਤੇ ਗਏ ਪੁਤਲਾ ਫੂਕ ਵਿਰੋਧ ਪ੍ਰਦਰਸ਼ਨ ਦੌਰਾਨ ਇੱਥੇ ਪੁਲਿਸ ਨੇ ਲਾਠੀ ਚਾਰਜ ਕੀਤਾ ਅਤੇ ਮਹਿਲਾਵਾਂ ਤੇ ਪਾਣੀ ਦੀਆਂ ਬੁਛਾੜਾਂ ਸੁੱਟੀਆਂ। ਇਹਨਾਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਬੀਜੇਪੀ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਪੁਲਿਸ ਨੇ ਬੈਰੀਕੇਡ ਲਾ ਕੇ ਇਹਨਾਂ ਨੂੰ ਰੋਕ ਦਿੱਤਾ। ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਕੀਤੇ ਲਾਠੀ ਚਾਰਜ ਅਤੇ ਜਲ ਤੋਪਾਂ ਨਾਲ ਜ਼ਖਮੀ ਹੋਈ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਅਤੇ ਅਨਮੋਲ ਗਗਨ ਮਾਨ ਨੂੰ ਮੁਹਾਲੀ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸਿਆਸਤ ਨਾਲ ਜੁੜੀ ਵੱਡੀ ਖਬਰ ਹੈ ਕਿਉਂਕਿ ਕਾਂਗਰਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਬਗਾਵਤ ਦੇ ਅਸਾਰ ਦਿਖ ਰਹੇ ਨੇ। ਇਸ ਖਬਰ ਨੂੰ ਸੁਣਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਦੇ ਲਈ 3 ਹੋਰ ਉਮੀਦਵਾਰਾਂ ਦਾ ਨਾਮ ਐਲਾਨਿਆ। ਪਾਰਟੀ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਰਾਮਪੁਰਾ ਫੂਲ ਤੋਂ ਉਮੀਦਵਾਰ ਬਣਾਇਆ, ਪਰ ਸਾਬਕਾ ਮੰਤਰੀ ਮਲੂਕਾ ਨੇ ਟਿਕਟ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਪਾਰਟੀ ਨੇ ਉਮੀਦਵਾਰੀ ਦਾ ਐਲਾਨ ਕਰਨ ਤੋਂ ਪਹਿਲਾਂ ਮੇਰੇ ਨਾਲ ਗੱਲਬਾਤ ਹੀ ਨਹੀਂ ਕੀਤੀ। ਉਹਨਾਂ ਕਿਹਾ ਕਿ ਮੇਰਾ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਰਾਮਪੁਰਾ ਫੂਲ ਸੀਟ ਤੋਂ ਚੋਣ ਲੜੇਗਾ, ਮੈਂ ਖੁਦ ਇਸ ਸੀਟ ਤੋਂ ਚੋਣ ਨਹੀਂ ਲੜਾਂਗਾ। ਮਲੂਕਾ ਨੇ ਇਹ ਕਹਿ ਕੇ ਟਿਕਟ ਨੂੰ ਰੱਦ ਕਰ ਦਿੱਤਾ ਹੈ ਕਿ ਪਾਰਟੀ ਨੇ ਮੇਰੀ ਉਮੀਦਵਾਰੀ ਦਾ ਐਲਾਨ ਕਰਨ ਤੋਂ ਪਹਿਲਾਂ ਮੇਰੇ ਨਾਲ ਗੱਲਬਾਤ ਕਿਉਂ ਨਹੀਂ ਕੀਤੀ। ਸੋ ਹੁਣ ਮਲੂਕਾ ਨੇ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਇਸ ਸੀਟ ਤੋਂ ਮੇਰਾ ਪੁੱਤਰ ਗੁਰਪ੍ਰੀਤ ਮਲੂਕਾ ਚੋਣ ਲੜੂਗਾ। ਜੇ ਮੈਨੂੰ ਕਿਤੋਂ ਹੋਰ ਚੋਣ ਲੜਾਉਣੀ ਹੈ ਤਾਂ ਮੈਂ ਤਿਆਰ ਹਾਂ। ਯਾਨੀ ਕਿ ਮਲੂਕਾ ਆਪਣੇ ਘਰ ਦੇ ਵਿੱਚ 2 ਜਣਿਆਂ ਨੂੰ ਸੀਟ ਚਾਹੁੰਦੇ ਨੇ। ਇਹੀ ਤਾਂ ਹੈ ਕਿ ਅੱਗੇ ਦੀ ਅੱਗੇ ਆਪਣੀਆਂ ਪੀੜ੍ਹੀਆਂ ਤੱਕ ਸਿਆਸਤਦਾਨ ਨੇ ਜਿਹੜੇ ਉਹ ਸਿਆਸਤ ਨੂੰ ਲਿਜਾਣਾ ਚਾਹੁੰਦੇ ਨੇ ਤੇ ਉਹੀ ਕੁਝ ਇਸ ਮਸਲੇ ਦੇ ਵਿੱਚ ਵੀ ਦਿਖ ਰਿਹਾ ਹੈ।
ਸੋ ਮਲੂਕਾ ਵੱਲੋਂ ਹਾਈਕਮਾਨ ਨੂੰ ਦਿਖਾਈਆਂ ਅੱਖਾਂ ਨੇ ਜਿਹੜੀਆਂ ਉਸ ਦਾ ਅਸਰ ਹਾਈਕਮਾਨ ਤੇ ਕੀ ਹੁੰਦਾ ਹੈ, ਸਿੱਧਾ ਕੋਈ ਐਕਸ਼ਨ ਹੁੰਦਾ ਹੈ ਜਾਂ ਫਿਰ ਪੁੱਠਾ ਹੁੰਦਾ ਹੈ, ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੇਗਾ। ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 3 ਸਤੰਬਰ ਨੂੰ ਬੁਲਾਇਆ ਗਿਆ ਹੈ। ਸਵੇਰੇ 10 ਵਜੇ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਜਿਹੜਾ ਵਿਸ਼ੇਸ਼ ਇਜਲਾਸ ਹੋਏਗਾ, ਪੰਜਾਬ ਦੇ ਰਾਜਪਾਲ ਦੇ ਵੱਲੋਂ 15ਵੀਂ ਪੰਜਾਬ ਵਿਧਾਨ ਸਭਾ ਨੂੰ ਇਸ ਵਿਸ਼ੇਸ਼ ਇਜਲਾਸ ਦੇ ਲਈ ਸੱਦਾ ਦਿੱਤਾ ਗਿਆ। ਪੰਜਾਬ ਦੇ ਵਿੱਚ ਨਾਇਬ ਤਹਿਸੀਲਦਾਰਾਂ ਦੀ ਪ੍ਰੀਖਿਆ ਦਾ ਰੀਚੈਕਿੰਗ ਜਾਂ ਫਿਰ ਰੀਵੈਲੂਏਸ਼ਨ ਦਾ ਨਤੀਜਾ ਵੀ ਆ ਚੁੱਕਿਆ। ਤੁਸੀਂ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ। ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਕੀਤਾ। ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਉੱਤੇ ਸਦਨ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਾਉਂਦਿਆਂ ਸੰਧਵਾ ਨੇ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਸੰਧਵਾ ਨੇ ਕੁਝ ਦਸਤਾਵੇਜ਼ ਦਿਖਾਉਂਦੇ ਹੋਏ ਕਿਹਾ ਕਿ 2018 ਦੇ ਵਿੱਚ ਆਂਗਣਵਾੜੀ ਸੈਂਟਰਾਂ ਦੇ ਲਈ ਸਪਲਾਈ ਹੋਈਆਂ ਲਰਨਿੰਗ ਕਿੱਟਾਂ ਸੰਬੰਧੀ ਮਾਮਲਾ ਸਾਹਮਣੇ ਆਇਆ ਸੀ ਕਿ 300 ਰੁਪਏ ਵਾਲੀ ਕਿੱਟ 690 ਰੁਪਏ 'ਚ ਹਾਸਲ ਕਰਕੇ ਸਰਕਾਰ ਨੂੰ ਪ੍ਰਤੀ ਕਿੱਟ 390 ਰੁਪਏ ਦਾ ਚੂਨਾ ਲਾਇਆ ਗਿਆ। ਸੰਧਵਾ ਨੇ ਮੰਗ ਕੀਤੀ ਹੈ ਕਿ ਸੰਬੰਧਿਤ ਮੰਤਰੀ ਤੇ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਅਹੁਦਿਆਂ ਤੋਂ ਬਰਖਾਸਤ ਕੀਤਾ ਜਾਵੇ ਤੇ ਸਾਰੇ ਖਰੀਦ ਘੁਟਾਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ। ਪੰਜਾਬ ਕਾਂਗਰਸ ਦੇ ਕਲੇਸ਼ ਦੀ ਗੱਲ ਕਰ ਲਈਏ ਤਾਂ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਦਿੱਲੀ ਦੇ ਵਿੱਚ ਮੋਰਚਾ ਗੱਡਣ ਵਾਲੀ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਹੁਣ ਮੈਦਾਨ ਦੇ ਵਿੱਚ ਨਿਤਰੀ ਹੈ ਸੁਲ੍ਹਾ ਕਰਵਾਉਣ ਦੇ ਲਈ। ਪੰਜਾਬ ਦੀ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਮੈਂ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਕਲੇਸ਼ ਖਤਮ ਕਰਵਾਉਣ ਲਈ ਅਗਲੇ ਹਫ਼ਤੇ ਦਿੱਲੀ ਦੇ ਵਿੱਚ ਖਾਸ ਸੁਝਾਅ ਲੈ ਕੇ ਹਾਈ ਕਮਾਂਡ ਨਾਲ ਮੁਲਾਕਾਤ ਕਰਾਂਗੀ। ਆਪਣੀ ਰਿਹਾਇਸ਼ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਭੱਠਲ ਨੇ ਮੰਨਿਆ ਕਿ ਦੋਵੇਂ ਲੀਡਰਾਂ ਵਿਚਕਾਰ ਗਲਤਫਹਿਮੀ ਜਾਂ ਫਿਰ ਵਿਚਾਰਾਂ ਦੇ ਵੱਖਰੇਵੇਂ ਹੋ ਸਕਦੇ ਨੇ। ਦੋਵੇਂ ਆਗੂਆਂ ਨੂੰ ਗੁੱਸੇ ਗਿਲੇ ਦੂਰ ਕਰਕੇ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ। ਸੋ ਪੰਜਾਬ ਦੀਆਂ ਅਹਿਮ ਖਬਰਾਂ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਅਫਗਾਨਿਸਤਾਨ ਦੀਆਂ ਕੁਝ ਤਾਜ਼ਾ ਅਪਡੇਟਸ ਦੱਸਦੇ ਹਾਂ। ਉਸ ਤੋਂ ਬਾਅਦ ਪੂਰੇ ਭਾਰਤ ਦੀਆਂ ਵੱਡੀਆਂ ਖਬਰਾਂ ਤੁਹਾਨੂੰ ਦੱਸਾਂਗੇ। ਅਫਗਾਨਿਸਤਾਨ ਦੀਆਂ ਕੁਝ ਅਹਿਮ ਅਪਡੇਟਸ ਤੁਹਾਨੂੰ ਦੱਸ ਦਿੰਦੇ ਹਾਂ। ਤਾਲਿਬਾਨ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਅਫਗਾਨਿਸਤਾਨ ਤੇ ਕਬਜ਼ੇ ਤੋਂ ਬਾਅਦ ਹਜ਼ਾਰਾਂ ਲੋਕ ਦੇਸ਼ ਛੱਡ ਕੇ ਜਾ ਚੁੱਕੇ ਨੇ ਤੇ ਹਜ਼ਾਰਾਂ ਹੋਰ ਇਸੇ ਕੋਸ਼ਿਸ਼ ਵਿੱਚ ਲੱਗੇ ਹੋਏ ਨੇ ਕਿ ਉਹ ਕਿਸੇ ਤਰ੍ਹਾਂ ਦੀ ਵਿਪਤਾ ਮਾਰੀ ਧਰਤੀ ਤੋਂ ਬਾਹਰ ਨਿਕਲ ਸਕਣ। ਇਸ ਦਰਮਿਆਨ ਤਾਲਿਬਾਨ ਨੇ ਕਿਹਾ ਕਿ ਜਿਹੜੇ ਅਫਗਾਨ ਵਿਦੇਸ਼ ਜਾਣਾ ਚਾਹੁੰਦੇ ਨੇ ਉਹ ਤਸੱਲੀ ਨਾਲ ਜਾ ਸਕਦੇ ਨੇ। ਤਾਲਿਬਾਨ ਦੇ ਬੁਲਾਰੇ ਅਤੇ ਸੁਹੇਲ ਸ਼ਾਹੀਨ ਨੇ ਵਿਦੇਸ਼ ਜਾਣ ਦੇ ਇੱਛੁਕ ਅਫਗਾਨਾਂ ਨੂੰ ਅਪੀਲ ਕੀਤੀ ਹੈ। ਟਵੀਟ ਕਰਕੇ ਕਿਹਾ ਕਿ ਜੋ ਅਫਗਾਨ ਵਿਦੇਸ਼ ਜਾਣਾ ਚਾਹੁੰਦੇ ਨੇ ਉਹ ਕਾਨੂੰਨੀ ਦਸਤਾਵੇਜ਼ ਜਿਵੇਂ ਪਾਸਪੋਰਟ ਤੇ ਵੀਜ਼ੇ ਲੈ ਕੇ ਦੇਸ਼ ਤੋਂ ਵਪਾਰਿਕ ਉਡਾਣਾ ਸ਼ੁਰੂ ਹੋਣ ਤੋਂ ਬਾਅਦ ਇੱਕ ਸਨਮਾਨਿਤ ਤਰੀਕੇ ਦੇ ਨਾਲ ਜਾ ਸਕਦੇ ਨੇ। ਤਾਲਿਬਾਨ ਨੇ ਕਿਹਾ ਕਿ ਸਾਡੇ ਕੋਲ ਤਕਨੀਕੀ ਜਾਣਕਾਰ ਅਤੇ ਇੰਜੀਨੀਅਰ ਮੌਜੂਦ ਨੇ ਤੇ ਜਿਵੇਂ ਹੀ ਅਮਰੀਕੀ ਫੌਜਾਂ ਕਾਬੁਲ ਏਅਰਪੋਰਟ ਚੋਂ ਬਾਹਰ ਨਿਕਲਣਗੀਆਂ ਅਸੀਂ ਏਅਰਪੋਰਟ ਨੂੰ ਆਪਣੇ ਕਬਜ਼ੇ ਵਿੱਚ ਲੈ ਲਵਾਂਗੇ, ਕੰਟਰੋਲ ਦੇ ਵਿੱਚ ਲੈ ਲਵਾਂਗੇ। ਯਾਨੀ ਕਿ ਤਾਲਿਬਾਨ ਦਾ ਕਹਿਣਾ ਹੈ ਕਿ ਏਅਰਪੋਰਟ ਦਾ ਕੰਟਰੋਲ ਲੈਣ ਦੇ ਲਈ ਅਸੀਂ ਪੂਰੀ ਤਰ੍ਹਾਂ ਦੇ ਨਾਲ ਤਿਆਰ ਹਾਂ। ਤਾਲਿਬਾਨ ਦੇ ਇੱਕ ਅਧਿਕਾਰੀ ਨੇ ਰॉयटर्स ਨੂੰ ਦੱਸਿਆ ਕਿ ਅਸੀਂ ਅਮਰੀਕਾ ਵੱਲੋਂ ਅੰਤਿਮ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੇ ਹਾਂ। ਮਨਜ਼ੂਰੀ ਮਿਲਦੇ ਹੀ ਅਸੀਂ ਪੂਰਾ ਕੰਟਰੋਲ ਹੈ ਜਿਹੜਾ ਆਪਣੇ ਹੱਥ ਵਿੱਚ ਲੈ ਲਵਾਂਗੇ। ਅਮਰੀਕਾ ਨੇ ਪਹਿਲਾਂ ਹੀ ਕਿਹਾ ਕਿ ਉਹ ਤੈਅ ਸਮਾਂ ਸੀਮਾ ਯਾਨੀ ਕਿ 31 ਅਗਸਤ ਤੱਕ ਅਫਗਾਨਿਸਤਾਨ ਤੋਂ ਪੂਰੀ ਤਰ੍ਹਾਂ ਆਪਣੀ ਫੌਜ ਬਾਹਰ ਕੱਢ ਲਏਗਾ। ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਮੁਤਾਬਿਕ ਉਹਨਾਂ ਨੂੰ ਉਮੀਦ ਹੈ ਕਿ ਉਹ ਅਗਲੇ ਕੁਝ ਦਿਨਾਂ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਨਵੀਂ ਸਰਕਾਰ ਦਾ ਐਲਾਨ ਕਰ ਦੇਣਗੇ। ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਬਣਾਉਣ ਦੇ ਵਿੱਚ ਕੁਝ ਦਿੱਕਤਾਂ ਨੇ ਪਰ ਇਸ ਤੇ ਚਰਚਾ ਜਾਰੀ ਹੈ। ਅਮਰੀਕਾ ਨੇ ਕਾਬੁਲ ਹਵਾਈ ਅੱਡੇ ਤੇ ਮੁੜ ਹਮਲੇ ਦੀ ਚੇਤਾਵਨੀ ਦਿੱਤੀ ਹੈ। ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੋਰ ਹਮਲੇ ਹੋਣ ਦਾ ਖਤਰਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਉਹਨਾਂ ਨੇ ਆਪਣੇ ਕਮਾਂਡਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਹਮਲਾ ਐਤਵਾਰ ਨੂੰ ਵੀ ਹੋ ਸਕਦਾ ਹੈ। ਯੂਕੇ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਅਫਗਾਨਿਸਤਾਨ ਤੋਂ ਉਹਨਾਂ ਦੀਆਂ ਆਖਰੀ ਫੌਜੀ ਟੁਕੜੀਆਂ, ਰਾਜਦੂਤ ਅਤੇ ਹੋਰ ਅਧਿਕਾਰੀ ਵਾਪਸ ਆ ਰਹੇ ਨੇ, ਕਾਬੁਲ ਤੋਂ ਰਵਾਨਾ ਹੋ ਚੁੱਕੇ ਨੇ। ਇਸ ਆਖਰੀ ਉਡਾਨ ਨੇ ਅਫਗਾਨਿਸਤਾਨ ਦੇ ਵਿੱਚ ਯੂਕੇ ਦੇ 20 ਸਾਲਾ ਫੌਜੀ ਅਭਿਆਨ ਦਾ ਅੰਤ ਕਰ ਦਿੱਤਾ। 14 ਅਗਸਤ ਤੋਂ ਹੁਣ ਤੱਕ ਯੂਕੇ ਨੇ 15,000 ਲੋਕਾਂ ਨੂੰ ਅਫਗਾਨਿਸਤਾਨ ਦੇ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ। ਇਹਨਾਂ ਵਿੱਚ 2,000 ਤੋਂ ਵੱਧ ਬੱਚੇ ਵੀ ਸ਼ਾਮਿਲ ਨੇ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਫੌਜ ਦੇ ਨਾਮ ਇੱਕ ਚਿੱਠੀ ਵਿੱਚ ਲਿਖਿਆ ਕਿ ਕਾਬੁਲ ਨੂੰ ਤਾਲਿਬਾਨ ਦੇ ਹੱਥ ਜਾਂਦੇ ਹੋਏ ਦੇਖਣਾ ਉਹਨਾਂ ਦੇ ਲਈ ਕਾਫੀ ਦੁਖਦਾਈ ਰਿਹਾ ਹੋਵੇਗਾ। ਜੌਨਸਨ ਦੇ ਮੁਤਾਬਿਕ ਇਹ ਖਾਸ ਕਰ ਉਹਨਾਂ ਪਰਿਵਾਰਾਂ ਲਈ ਹੋਰ ਵੀ ਦੁਖਦਾਈ ਹੋਏਗਾ ਜਿਨ੍ਹਾਂ ਨੇ ਇਸ ਸਭ ਦਰਮਿਆਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਗਵਾਇਆ ਹੈ। 20 ਸਾਲਾਂ ਵਿੱਚ ਯੂਕੇ ਦੇ 457 ਫੌਜੀ ਅਫਗਾਨਿਸਤਾਨ ਦੇ ਵਿੱਚ ਮਾਰੇ ਗਏ ਨੇ। ਯੂਕੇ ਦੇ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅਫਗਾਨਿਸਤਾਨ ਦੇ ਵਿੱਚ ਯੂਕੇ ਦੀ ਮੌਜੂਦਗੀ ਨੇ 2 ਦਹਾਕਿਆਂ ਤੱਕ ਅਲ ਕਾਇਦਾ ਨੂੰ ਉਹਨਾਂ ਤੋਂ ਦੂਰ ਰੱਖਿਆ। ਅਫਗਾਨਿਸਤਾਨ ਦੇ ਵਿੱਚ ਯੂਕੇ ਦੇ ਦੂਤਾਵਾਸ
ਦੂਤਾਵਾਸ ਨੇ ਆਪਣੇ ਕੰਮ ਫਿਲਹਾਲ ਰੋਕ ਦਿੱਤੇ ਨੇ। ਸਰਕਾਰ ਨੇ ਕਿਹਾ ਕਿ ਦੂਤਾਵਾਸ ਹੁਣ ਕਤਰ ਵਿੱਚ ਮੌਜੂਦ ਰਹੇਗਾ। ਕਾਬੁਲ 에ਅਰਪੋਰਟ ਤੇ ਹੋਏ ਹਮਲੇ ਤੇ ਟਿੱਪਣੀ ਕਰਦਿਆਂ ਅਫਗਾਨਿਸਤਾਨ ਦੇ ਵਿੱਚ ਰੂਸ ਦੇ ਰਾਜਦੂਤ ਦਮਿਤਰੀ ਜ਼ਰਨੋਵ ਨੇ ਕਿਹਾ ਕਿ ਧਮਾਕਾ ਅਮਰੀਕਾ ਦੀ ਬਜਾਏ ਤਾਲਿਬਾਨ ਦੇ ਲਈ ਚੁਣੌਤੀ ਹੈ। ਤਾਸ ਨੂੰ ਦਮਿਤਰੀ ਨੇ ਕਿਹਾ ਕਿ ਇਸ ਲੜਾਈ ਦਾ ਕੋਈ ਹੱਲ ਨਹੀਂ ਨਿਕਲਣ ਜਾ ਰਿਹਾ। ਜੇਕਰ ਕਾਬੁਲ ਹਵਾਈ ਅੱਡੇ ਤੇ ਹਮਲੇ ਦੇ ਪਿੱਛੇ ਦਾਇਸ਼ ਦਾ ਹੱਥ ਸੀ ਤਾਂ ਤਾਲਿਬਾਨ ਦੇ ਲਈ ਇਹ ਚੁਣੌਤੀ ਹੈ। ਕਾਬੁਲ ਹਵਾਈ ਅੱਡੇ ਤੇ ਜੋ ਹੋ ਰਿਹਾ ਹੈ ਉਸ ਲਈ ਪੂਰੀ ਤਰ੍ਹਾਂ ਤਾਲਿਬਾਨ ਨੂੰ ਜ਼ਿੰਮੇਦਾਰ ਨਹੀਂ ਠਹਿਰਾਇਆ ਜਾ ਸਕਦਾ। ਜੋ ਨੁਕਸਾਨ ਹੋਇਆ ਉਹਨਾਂ ਦੀ ਛਵੀ ਨੂੰ ਵੀ ਹੋਇਆ। ਲੋਕ ਕਹਿਣਗੇ ਕਿ ਤਾਲਿਬਾਨ ਕਾਬੁਲ ਵਿੱਚ ਦਾਖਲ ਹੋਇਆ ਤੇ ਇਹ ਸਭ ਹੋ ਗਿਆ। ਕਹਿੰਦੇ ਮੈਨੂੰ ਮਿਲੀ ਜਾਣਕਾਰੀ ਮੁਤਾਬਿਕ ਤਾਲਿਬਾਨ ਨੇ ਇਸਲਾਮਿਕ ਸਟੇਟ ਦੇ 2 ਕੱਟੜ ਅੱਤਵਾਦੀਆਂ ਨੂੰ ਫੜਿਆ ਹੈ। ਕਥਿਤ ਰੂਪ ਵਿੱਚ ਉਹ ਮਲੇਸ਼ੀਆ ਦੇ ਨਾਗਰਿਕ ਨੇ। ਮੈਂ ਸਮਝਦਾ ਕਿ ਉਹ ਆਪਣੀ ਕਾਰਵਾਈ ਤੇਜ਼ ਕਰਨਗੇ ਤੇ ਦਾਇਸ਼ ਦੇ ਖਿਲਾਫ ਸਖਤ ਰੁਖ ਅਪਣਾਉਣਗੇ। ਇਰਾਕੀ ਫੌਜ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਯਾਹਾ ਰਸੂਲ ਨੇ ਕਿਹਾ ਕਿ ਅਫਗਾਨੀ ਸੰਕਟ ਦੇ ਅਨੁਭਵ ਇਰਾਕ ਦੇ ਵਿੱਚ ਨਹੀਂ ਦੁਹਰਾਏ ਜਾਣਗੇ। ਦਰਅਸਲ ਅਫਗਾਨਿਸਤਾਨ ਵਾਂਗੂ ਇਰਾਕ 'ਚੋਂ ਵੀ 6000 ਅਮਰੀਕੀ ਫੌਜੀਆਂ ਦੀ ਵਾਪਸੀ ਹੋ ਰਹੀ ਹੈ। ਇਰਾਕ ਦੇ ਪ੍ਰਧਾਨ ਮੰਤਰੀ ਮੁਸਤਫਾ ਅਲ ਕਦੀਮੀ ਨੇ ਜੁਲਾਈ ਦੇ ਵਿੱਚ ਇਸ ਬਾਰੇ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਜਿਹੜਾ ਹੈਗਾ ਇੱਕ ਤਰੀਕੇ ਦੇ ਨਾਲ ਸਮਝੌਤਾ ਕੀਤਾ ਹੈ ਕਿ 2021 ਦੇ ਅਖੀਰ ਤੱਕ ਇਰਾਕ ਵਿੱਚ ਅਮਰੀਕਾ ਦਾ ਫੌਜੀ ਜਿਹੜਾ ਅਭਿਆਸ ਹੈ ਉਹ ਖਤਮ ਹੋ ਜਾਏਗਾ। ਜੋ ਬਾਈਡਨ ਦੇ ਨਾਲ ਇਹ ਸਾਰਾ ਜਿਹੜਾ ਸਮਝੌਤਾ ਹੋਣ ਤੋਂ ਬਾਅਦ ਹੁਣ ਅਮਰੀਕੀ ਫੌਜੀ ਵਾਪਸ ਜਾ ਰਹੇ ਨੇ ਇਰਾਕ ਤੋਂ। ਬ੍ਰਿਗੇਡੀਅਰ ਜਨਰਲ ਰਸੂਲ ਨੇ ਕਿਹਾ ਕਿ ਜੋ ਅਫਗਾਨਿਸਤਾਨ ਦੇ ਵਿੱਚ ਹੋਇਆ ਉਹ ਇਰਾਕ ਵਿੱਚ ਨਹੀਂ ਹੋਵੇਗਾ। ਦੋਵੇਂ ਮੁਲਕਾਂ ਦੀ ਕੋਈ ਤੁਲਨਾ ਨਹੀਂ ਹੈ। ਸਾਡੇ ਕੋਲ ਇੱਕ ਆਪਣੀ ਫੌਜ ਹੈ ਤੇ ਇੱਕ ਨਾਗਰਿਕ ਸੁਰੱਖਿਆ ਪ੍ਰਣਾਲੀ ਹੈ। ਇਰਾਕ ਦੀ ਫੌਜ ਅਤੇ ਇਰਾਕ ਦੇ ਲੋਕ ਇਕਜੁੱਟ ਨੇ। ਸੋ ਇਰਾਕੀ ਫੌਜ ਨੇ ਇਰਾਕ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਹੈ ਕਿ ਅਫਗਾਨਿਸਤਾਨ ਵਾਲੇ ਜਿਹੜੇ ਹਾਲਾਤ ਨੇ ਉਹ ਸਾਡੇ ਮੁਲਕ 'ਚ ਨਹੀਂ ਹੋਣਗੇ। ਭਾਰਤ ਦੇ ਕੁਝ ਨਾਗਰਿਕ ਅਤੇ ਅਫਗਾਨਿਸਤਾਨ ਦੇ ਗੁਰਦੁਆਰਾ ਕਰਤੇ ਪਰਵਾਨ ਦੇ ਵਿੱਚ ਹਾਲੇ ਵੀ ਸਿੱਖ ਅਤੇ ਹਿੰਦੂ ਉੱਥੇ ਹੀ ਸ਼ਰਨ ਲੈ ਕੇ ਬੈਠੇ ਨੇ। ਹਾਲੇ ਉਹਨਾਂ ਦਾ ਕਿਸੇ ਵੀ ਮੁਲਕ ਦੇ ਵਿੱਚ ਜਾਣਾ ਨਸੀਬ ਨਹੀਂ ਹੋਇਆ ਹੈ। ਇਸ ਦੇ ਦਰਮਿਆਨ ਦਿੱਲੀ ਹਵਾਈ ਅੱਡੇ ਤੋਂ ਅਫਗਾਨਿਸਤਾਨ ਦੀ ਸੰਸਦ ਮੈਂਬਰ ਰੰਗੀਨਾ ਕਰਗਰ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਉਸ ਤੋਂ ਬਾਅਦ ਰੰਗੀਨਾ ਨੇ ਕਿਹਾ ਕਿ ਉਹ ਮੁੜ ਭਾਰਤ ਨਹੀਂ ਆਵੇਗੀ। ਇਸਤਾਨਬੁਲ ਦੇ ਵਿੱਚ ਹੁਣ ਰੰਗੀਨਾ ਪਹੁੰਚ ਗਈ ਹੈ। ਉੱਥੋਂ ਕਰਗਰ ਨੇ ਕਿਹਾ ਕਿ ਮੈਂ ਅਫਗਾਨਿਸਤਾਨ ਦੀ ਇੱਕ ਚੁਣੀ ਹੋਈ ਪ੍ਰਤੀਨਿਧੀ ਹਾਂ ਤੇ ਮੈਨੂੰ ਭਾਰਤ ਤੋਂ ਬਿਹਤਰ ਸਲੂਕ ਦੀ ਉਮੀਦ ਸੀ। ਰੰਗੀਨਾ ਕਰਗਰ ਮੂਲ ਤੌਰ ਤੇ ਅਫਗਾਨਿਸਤਾਨ ਦੇ ਫਰਿਆਬ ਸੂਬੇ ਦੀ ਵਸਨੀਕ ਹੈ ਤੇ ਉਹਨਾਂ ਦਾ ਪਰਿਵਾਰ ਇੰਨੀ ਦਿਨੀ ਰਾਜਧਾਨੀ ਕਾਬੁਲ ਦੇ ਵਿੱਚ ਮੌਜੂਦ ਹੈ। ਰੰਗੀਨਾ, ਉਸਦਾ 1 ਸਾਲ ਦਾ ਬੱਚਾ ਤੇ ਉਸਦਾ ਪਤੀ ਇਸ ਵਕਤ ਇਸਤਾਨਬੁਲ ਦੇ ਵਿੱਚ ਹਨ। ਅਫਗਾਨਿਸਤਾਨ ਤੋਂ ਬਾਅਦ ਇੱਕ ਖਬਰ ਜਾਪਾਨ ਤੋਂ ਦੱਸ ਦਿੰਦੇ ਹਾਂ। ਮੋਡਰਨਾ ਦੀ ਕਰੋਨਾ ਵੈਕਸੀਨ ਦੇ ਕੁਝ ਡੋਜ਼ ਵਿੱਚ ਸੰਕਰਮਣ ਦੇ ਨਿਸ਼ਾਨ ਮਿਲਣ ਤੋਂ ਬਾਅਦ ਜਾਪਾਨ ਨੇ ਹੁਣ ਮੋਡਰਨਾ ਵੈਕਸੀਨ ਦੇ ਇਸਤੇਮਾਲ ਤੇ ਰੋਕ ਲਾ ਦਿੱਤੀ ਹੈ। ਲੰਘੇ ਹਫ਼ਤੇ ਵੈਕਸੀਨ ਦੇ ਡੋਜ਼ ਤੋਂ ਸੰਭਾਵਿਤ ਸੰਕਰਮਣ ਦੇ ਖਦਸ਼ੇ ਵਿੱਚ ਜਾਪਾਨ ਨੇ ਇਸ ਵੈਕਸੀਨ ਦੇ 15 ਲੱਖ ਡੋਜ਼ ਵਾਪਸ ਲੈ ਲਏ ਸੀ। ਟੀਕਾਕਰਨ ਦੇ ਲਈ ਵੈਕਸੀਨ ਨੂੰ ਟੀਕਾਕਰਨ ਕੇਂਦਰਾਂ ਤੱਕ ਪਹੁੰਚਾ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਇਸ ਨੂੰ ਵਾਪਸ ਲੈ ਲਿਆ। ਜਾਪਾਨ ਦੇ ਵਿੱਚ ਮੋਡਰਨਾ ਦੀ ਕਰੋਨਾ ਵੈਕਸੀਨ ਦੀ ਦੂਜੀ ਡੋਜ਼ ਲਗਵਾਉਣ ਤੋਂ ਬਾਅਦ 2 ਲੋਕਾਂ ਦੀ ਮੌਤ ਹੋ ਗਈ ਸੀ। ਦੋਵਾਂ ਦੀ ਉਮਰ ਕਰੀਬ 30 ਸਾਲ ਸੀ। ਅਧਿਕਾਰੀ ਮੌਤ ਦੇ ਸਹੀ ਕਾਰਨਾਂ ਦੀ ਹਾਲਾਂਕਿ ਜਾਂਚ ਕਰ ਰਹੇ ਨੇ। ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਮੌਤ ਦਾ ਕਾਰਨ ਵੈਕਸੀਨ ਹੋ ਸਕਦਾ ਹੈ ਜਾਂ ਫਿਰ ਨਹੀਂ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਕਿਹਾ ਹੈ ਕਿ ਭਵਿੱਖ ਦੇ ਲਈ ਮੇਰੇ ਕੋਲ 3 ਵਿਕਲਪ ਹੋ ਸਕਦੇ ਨੇ। ਪਹਿਲਾ ਵਿਕਲਪ ਜੇਲ੍ਹ ਹੈ, ਦੂਜਾ ਮੌਤ ਹੈ ਤੇ ਤੀਸਰਾ ਅਗਲੇ ਸਾਲ ਹੋਣ ਵਾਲੇ ਰਾਸ਼ਟਰਪਤੀ ਚੁਣਾਵ ਦੇ ਵਿੱਚ ਜਿੱਤ। ਦੱਖਣਪੰਥੀ ਸਿਆਸਤਦਾਨ ਬੋਲਸੋਨਾਰੋ ਦੇਸ਼ ਦੇ ਸਾਬਕਾ ਰਾਸ਼ਟਰਪਤੀ ਲੁਇਸ ਇਨਾਸੀਓ ਲੂਲਾ ਡਾ ਸਿਲਵਾ ਤੋਂ ਚੋਣਾਂ ਦੇ ਵਿੱਚ ਪਿੱਛੇ ਚੱਲ ਰਹੇ ਨੇ। ਇਸ ਦਰਮਿਆਨ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ। ਹਾਲਾਂਕਿ ਫੌਜ ਦੇ ਅਧਿਕਾਰੀ ਰਹਿ ਚੁੱਕੇ ਬੋਲਸੋਨਾਰੋ ਨੇ ਵੀ ਕਿਹਾ ਕਿ ਕੈਦ ਕੀਤੇ ਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਧਰਤੀ ਤੇ ਕੋਈ ਵੀ ਆਦਮੀ ਮੈਨੂੰ ਡਰਾ ਨਹੀਂ ਸਕਦਾ। 2018 ਵਿੱਚ ਚੋਣ ਪ੍ਰਚਾਰ ਦੌਰਾਨ ਬੋਲਸੋਨਾਰੋ ਤੇ ਜਾਨਲੇਵਾ ਹਮਲਾ ਹੋਇਆ ਸੀ ਤੇ ਉਹਨਾਂ ਨੂੰ ਇੱਕ ਸ਼ਖਸ ਨੇ ਚਾਕੂ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਸੀ ਤੇ ਬੋਲਸੋਨਾਰੋ ਦਾ ਇਹ ਬਿਆਨ ਉਸ ਵਕਤ ਆਇਆ ਜਦੋਂ ਦੇਸ਼ ਦੀ ਨਿਆਂਪਾਲਿਕਾ ਅਤੇ ਚੋਣ ਕਮਿਸ਼ਨ ਦੇ ਨਾਲ ਉਹਨਾਂ ਦੇ ਡੂੰਘੇ ਮਤਭੇਦ ਚੱਲ ਰਹੇ ਨੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੀ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਅਤੇ ਅਫਵਾਹਾਂ ਤੋਂ ਜ਼ਰੂਰ ਬਚ ਕੇ ਰਿਹਾ ਕਰੋ। ਧੰਨਵਾਦ।